ਤੁਹਾਡਾ ਹੋਸਟ ਦੀਪ ਸੰਦੀਪ ਤੇ ਅੱਜ ਅਸੀਂ ਰੰਗ ਪੰਜਾਬੀ ਪ੍ਰੋਗਰਾਮ ਦੇ ਤਹਿਤ ਉਸ ਗਾਇਕ ਕੋਲੇ ਪਹੁੰਚੇ ਹਾਂ ਜਿਨ੍ਹਾਂ ਦੇ ਗੀਤ ਤੁਸੀਂ ਰੰਗ ਬਰੰਗੀ ਦੁਨੀਆ, ਰੋਟੀ ਗਰਮ ਤੇ ਬਹੁਤੀ ਨਰਮ ਤੇ ਹੋਰ ਵੀ ਬਹੁਤ ਸਾਰੇ ਮਕਬੂਲ ਉਹਨਾਂ ਦੇ ਗੀਤ, ਮਾਪੇ ਉਹਨਾਂ ਦਾ ਗੀਤ ਬਹੁਤ ਹੀ ਖੂਬ ਗੀਤ ਬਣਿਆ ਉਹ। ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕਾਫੀ ਗੀਤ ਜੋ ਸਰੋਤਿਆਂ ਨੇ ਮਤਲਬ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਨੇ। ਤੇ ਅੱਜ ਤੁਸੀਂ ਗੀਤਾਂ ਤੋਂ ਵੈਸੇ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਹੜੇ ਗਾਇਕ ਦੀ ਗੱਲ ਕਰਦਾ। ਤੇ ਯਮਲਾ ਜੱਟ ਜੀ ਦੀ ਗਾਇਕੀ ਦੇ ਵਾਰਿਸ ਵੀ ਮੰਨੇ ਜਾਂਦੇ ਨੇ ਉਹਨਾਂ ਨੇ ਬਹੁਤ ਚੰਗੇ ਢੰਗ ਦੇ ਨਾਲ ਯਮਲਾ ਪਰਿਵਾਰ ਦੀ ਗਾਇਕੀ ਨੂੰ ਸਾਂਭਿਆ ਹੋਇਆ। ਤੇ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ ਪੰਜਾਬ ਦੀ ਸੱਭਿਆਚਾਰ ਦੀ ਬੁਲੰਦ ਆਵਾਜ਼ ਸ਼੍ਰੀ ਭੋਲਾ ਯਮਲਾ ਜੀ। ਗਾਗਰ ਚਿੱਟੇ ਤੇ ਅਲਗੋਜ਼ੇ ਸਾਂਭੇ ਵਿੱਚ ਅਲਮਾਰੀ, ਉਹ ਲੱਚਰਤਾ ਤੇ ਪੱਛਮੀ ਰੰਗ ਅਜ ਪਿਆ ਗੀਤਾਂ ਤੇ ਭਾਰੀ। ਉਹ ਗਾਗਰ ਚਿੱਟੇ ਤੇ ਅਲਗੋਜ਼ੇ ਸਾਂਭੇ ਵਿੱਚ ਅਲਮਾਰੀ, ਉਹ ਲੱਚਰਤਾ ਤੇ ਪੱਛਮੀ ਰੰਗ ਅਜ ਪਿਆ ਗੀਤਾਂ ਤੇ ਭਾਰੀ। ਸੱਭਿਆਚਾਰ ਦਾ ਬੇੜਾ ਪਾਤਾ, ਮਾਂ ਬੋਲੀ ਦਾ ਬੇੜਾ ਪਾਤਾ, ਸਿੰਗਰ ਕਈ ਨ ਲਕਾਨੇ। ਓ ਯਮਲਿਆ ਤੇਰੀ, ਓ ਯਮਲਿਆ ਤੇਰੀ, ਓ ਯਮਲਿਆ ਤੇਰੀ ਤੂੰ ਵੀ ਛੱਡ ਕੇ ਰਫਲਾ ਫੜੀਆਂ ਗਏ ਕਾਨੇ। ਓ ਯਮਲੇ ਜੱਟ ਦੀ ਤੂੰ ਵੀ ਛੱਡ ਕੇ ਆ ਰਫਲਾ ਚੱਕ ਲੀਆਂ ਗਏ ਕਾਨੇ। ਸਭ ਤੋਂ ਪਹਿਲਾਂ ਤਾਂ ਰੰਗ ਪੰਜਾਬੀ ਪ੍ਰੋਗਰਾਮ ਦੇਖਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ। ਔਰ ਦੂਸਰਾ ਧੰਨਵਾਦ ਕਰੂੰਗਾ JBM ਮੋਸ਼ਨ ਪਿਕਚਰ ਦਾ, ਜਿਨ੍ਹਾਂ ਨੇ ਇਸ ਲਾਕਡਾਊਨ ਦੇ ਵਿੱਚ ਵੀ ਸਰੋਤਿਆਂ ਦੇ ਰੂਬਰੂ ਕਰਨ ਦਾ ਮੈਨੂੰ ਮੌਕਾ ਦਿੱਤਾ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ। ਹਾਂਜੀ ਭੋਲਾ ਯਮਲਾ ਜੀ, ਜਿਵੇਂ ਤੁਹਾਡਾ ਕੀ ਹੁਣੇ ਹਾਲ ਹੀ ਦੇ ਵਿੱਚ ਇੱਕ ਬਹੁਤ ਸੋਹਣਾ ਗੀਤ ਰਿਲੀਜ਼ ਹੋਇਆ ਤੇਰੇ ਬਿਨ ਜੀਣਾ ਕੀ ਜੀ, ਤੇ ਮੈਂ ਚਾਹੁੰਦਾ ਵੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਉਸੇ ਗੀਤ ਨਾਲ ਕਰੀਏ ਤਾਂ ਜੇ ਹੋ ਜੇ ਤਾਂ। ਬਿਲਕੁਲ ਬਿਲਕੁਲ। ਤੇਰੇ ਬਿਨ ਜੀਣਾ ਕੀ ਪਹਿਲਾਂ ਦੇ ਬਾਰੇ ਮੈਂ ਥੋੜਾ ਦੱਸੂਗਾ। ਇਹ ਗਾਣਾ ਜਿਹੜਾ ਮੇਰੇ ਬਹੁਤ ਹੀ ਸਤਿਕਾਰਤ ਵੱਡੇ ਭਾਈ ਸ਼ਰਨਜੀਤ ਬੈਂਸ ਸਾਹਿਬ ਨੇ ਲਿਖਿਆ ਤੇ ਇਸ ਗਾਣੇ ਲਈ ਜਿਹੜਾ ਮਿਊਜ਼ਿਕ ਦਿੱਤਾ ਹੈ ਮੁਰਾਦ ਅਲੀ ਖਾਨ ਸਾਹਿਬ ਜੀ। ਤੇ ਇਹ ਗਾਣਾ ਇੱਕ ਦਿਨ ਦੇ ਵਿੱਚ ਲੋਕਾਂ ਨੇ ਪ੍ਰਵਾਨਗੀ ਦੇ ਦਿੱਤੀ, ਨੂੰ ਲੱਖਾਂ ਵਿਊ ਇਹਦੇ ਹੋਏ ਆ ਇਸ ਟਾਈਮ ਜੀ। ਤਾਂ ਉਹ ਗਾਣਾ ਮੇਰੇ ਲਈ ਇੱਕ ਮਤਲਬ ਵਰਲਡ ਫੇਮ ਮੈਨੂੰ ਬਣਾਇਆ ਉਹ ਗਾਣੇ ਨੇ। ਤੇ ਉਹ ਗਾਣਾ ਤੁਹਾਡਾ ਰੂਬਰੂ ਕਰਦਾ ਪਹਿਲਾਂ ਤਾਂ। ਹਾਂਜੀ ਜ਼ਰੂਰ। ਅੱਖਾਂ ਬਿਨ ਸੁਰਮੇ ਦਾ ਕੀ ਹੁੰਦਾ ਏ ਪਾਵੇ, ਖੁਸ਼ੀਆਂ ਬਿਨ ਸਕਣੇ ਜਿਵੇਂ ਹੁੰਦੇ ਨੇ ਚਾਵੇ। ਜਿਹਦੇ ਵਿੱਚ ਦਿਲ ਨਾ ਧੜਕੇ ਉਹ ਵੀ ਬੇਸੀਨਾ ਕੀ ਸਾਹਾਂ ਵਰਗਾ ਵੇ ਮਾਇਆ, ਸਾਹਾਂ ਵਰਗਾ ਵੇ ਮਾਇਆ। ਤੇਰੇ ਬਿਨ ਜੀਣਾ ਕੀ ਸਾਹਾਂ ਵਰਗਾ ਵੇ ਮਾਇਆ ਵੇ। ਬੀਤਦੀ ਐਵੇਂ ਜਾਂਦੀ ਜ਼ਿੰਦਗੀ ਦਿਨ ਚਾਰਦੀ, ਯਮਲੇ ਤੋਂ ਸਿਖਾਈਆਂ ਗੱਲ ਕੋਈ ਪਿਆਰ ਦੀ। ਯਮਲੇ ਤੋਂ ਸਿੱਖ ਬੈਸ ਵੇ ਗੱਲ ਕੋਈ ਪਿਆਰ ਦੀ। ਤਾਰ ਬਿਨਾ ਤੁੰਬੇ ਦੀ ਵਜਦੀ ਨਾ ਤਾਂ ਜਿਵੇਂ ਪਾਣੀ ਬਿਨ ਮਛਲੀ ਦੀ। ਐ ਨਿਕਲਦੀ ਜਾਨ ਜਿਵੇਂ ਤੇਰੇ ਬਿਨ ਜੀਣਾ ਕੀ ਵੇ। ਬਹੁਤ ਸਰੀਲਾ ਜੀ, ਬਹੁਤ ਸੋਹਣਾ ਗਾਣਾ ਬਣਿਆ, ਕੰਪੋਜੀਸ਼ਨ ਵੀ ਕਮਾਲ ਹੈ ਜੀ। ਹਾਂ ਮਿਹਰਬਾਨੀ ਹੈ ਜੀ, ਸਾਰਿਆਂ ਦੇ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਸਾਨੂੰ। ਤੇ ਯਮਲਾ ਜੀ ਮੇਰਾ ਅਗਲਾ ਸਵਾਲ ਤੁਹਾਡੇ ਪਿਛੋਕੜ ਨੂੰ ਲੈ ਕੇ ਆ ਵੀ ਤੁਸੀਂ ਆਪਣੇ ਜਿਹੜੇ ਅੱਜ ਦਰਸ਼ਕ ਦੇਖ ਰਹੇ ਨੇ ਸਾਨੂੰ ਉਹਨਾਂ ਨੂੰ ਜਰੂਰ ਦੱਸੋ ਵੀ ਤੁਹਾਡੇ ਪਿਛੋਕੜ ਦੇ ਵਿੱਚ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੇ ਪਰਿਵਾਰ ਦੇ। ਪਿਛੋਕੜ ਦੇ ਵਿੱਚ ਮੈਂ ਬੜੀ ਇੱਕ ਕਹਿੰਦੇ ਹੁੰਦੇ ਨਾ ਪੂਰ ਫੈਮਿਲੀ ਕਹਿ ਲਓ, ਉਸ ਫੈਮਿਲੀ ਨਾਲ ਬਿਲੋਂਗ ਕਰਦਾ। ਔਰ ਮੇਰੇ ਸਤਿਕਾਰਯੋਗ ਪਾਪਾ ਜੀ ਦਾ ਨਾਮ ਹੈਗਾ ਮਿੱਠੂ ਰਾਮ ਜੀ, ਮਾਤਾ ਜੀ ਸਾਡੇ ਉਹਨਾਂ ਦਾ ਨਾਮ ਹੈ ਰਾਣੀ ਕੌਰ ਜੀ। ਔਰ ਪਿੰਡ ਚੱਖੜ ਵਾਲਾ
15 ਦਸੰਬਰ 1976 ਨੂੰ ਆਪਾਂ ਪ੍ਰਗਟ ਹੋ ਗਏ ਤੇ ਮਾਲਕ ਨੇ ਰੰਗ ਲਾਇਆ ਔਰ ਮੈਨੂੰ ਕਰਮਾਂ ਵਾਲੇ ਮੈਂ ਸੀਗਾ ਕਿ ਮੈਨੂੰ ਬਹੁਤ ਸਮੇਂ ਤੇ ਬਹੁਤ ਮੁਬਾਰਕ ਜਿਹੜੇ ਉਸਤਾਦ ਲੋਕ ਮਿਲੇ ਆ ਤੇ ਜਿਨ੍ਹਾਂ ਨੇ ਮੈਨੂੰ ਤਰਾਸ਼ਿਆ। ਸਮੇਂ ਦੇ ਟੀਚਰ ਸੀਗੇ ਜਿਹੜੇ, ਉਹਨਾਂ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ, ਮੇਰੀ ਸਪੋਰਟ ਕੀਤੀ, ਹਰ ਜਗ੍ਹਾ ਮੈਨੂੰ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਤੇ ਹਰ ਤਰੀਕੇ ਨਾਲ ਮੈਨੂੰ ਉਹਨਾਂ ਨੇ ਅੱਗੇ ਕੀਤਾ। ਤੇ ਉਸ ਤੋਂ ਇਲਾਵਾ ਫਿਰ +1 ਚਲੇ ਗਏ, ਪੜ੍ਹਦੇ ਰਹੇ, ਮਿਊਜ਼ਿਕ ਸਬਜੈਕਟ ਨਾਲ ਪੜ੍ਹਿਆ, BA MA MEd B.Ed ਸੰਗੀਤ ਭਾਸਕਰ, ਸੰਗੀਤ ਵਿਸ਼ਾਰਦ, ਤਬਲਾ ਸੰਗੀਤ ਵਿਸ਼ਾਰਦ ਦੇ ਇੰਸਟਰੂਮੈਂਟਲ 14-15 ਡਿਗਰੀਆਂ ਮੈਂ ਕਰ ਲਈਆਂ ਕਿਉਂਕਿ ਸਾਡੇ ਪਰਿਵਾਰ 'ਚ ਕੋਈ ਪੜ੍ਹਿਆ ਨਹੀਂ। ਠੀਕ ਹੈ। ਤੇ ਮੈਂ ਫਿਰ ਇਕੱਲਾ ਹੀ ਸਾਰੀਆਂ ਪੜ੍ਹ ਗਿਆ। ਠੀਕ ਹੈ, ਬਹੁਤ ਵਧੀਆ ਗੱਲ ਹੈ। ਸਤਿਗੁਰੂ ਦੀ ਮਿਹਰ ਨਾਲ ਫਿਰ ਮੈਨੂੰ, ਕਿਉਂਕਿ ਮੈਂ ਹਮੇਸ਼ਾ ਮੈਂ ਆਪਣੇ ਆਪ ਨੂੰ ਕਦੇ ਨਾ ਕੋਈ ਵੱਡਾ ਗਵਈਆ ਸਮਝਿਆ ਤੇ ਨਾ ਕੋਈ ਹੋਰ ਵੱਡਾ ਫਨਕਾਰ, ਕਿਉਂਕਿ ਮੇਰੇ ਨਾਲ ਹਮੇਸ਼ਾ ਇੱਕ ਸਤਿਗੁਰੂ ਦੀ ਰਹਿਮਤ ਰਹਿੰਦੀ ਹੈ। ਮੇਰੇ ਮਗਰ ਕੋਈ ਬਹੁਤ ਵੱਡੀ ਪਾਵਰ ਹੈਗੀ ਹੈ ਜਿਹੜੀ ਮੈਨੂੰ ਚਲਾ ਰਹੀ ਹੈ, ਮੈਂ ਕੁਛ ਨਹੀਂ ਕਰ ਸਕਦਾ। ਠੀਕ ਹੈ। ਤੇ ਇਸ ਕਰਕੇ ਬਸ ਘਰਾਣੇ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਮਲਾ ਜੀ ਦੇ ਚਰਨਾਂ 'ਚ ਲੱਗੇ ਹਾਂ ਜੀ। ਉਸਤਾਦ ਲਾਲ ਚੰਦ ਜਮਲਾ ਜੱਟ ਦਾ ਮੈਂ ਬਹੁਤ ਵੱਡਾ ਫੈਨ ਹਾਂ। ਮੈਂ ਜਦੋਂ ਉਹਨਾਂ ਦਾ ਜ਼ਿਕਰ ਕਰਦਾ ਤਾਂ ਮੇਰੇ ਲਈ ਉਹ ਸਤਸੰਗ ਹੁੰਦੀ ਹੈ। ਬਿਲਕੁਲ, ਕਿਉਂਕਿ ਉਹ ਸ਼ਖਸੀਅਤ ਹੀ ਇੰਨੀ ਵੱਡੀ ਹੈ। ਹਾਂ, ਫਕਰ ਗੋਈਏ ਸੀ, ਉਹਨਾਂ ਨੇ ਮੈਨੂੰ ਥਾਪਣਾ ਦਿੱਤੀ ਹੋਈ ਹੈ ਤੇ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਸੁਣ ਕੇ ਸੰਗੀਤ ਜਿਹੜਾ ਮੇਰੇ ਅੰਦਰ ਵਸਿਆ ਹੋਇਆ ਤੇ ਉਹਨਾਂ ਦੀ ਆਵਾਜ਼ ਮੇਰੇ ਅੰਦਰ ਵਸੀ ਹੋਈ, ਉਹਨਾਂ ਦੇ ਬੋਲ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਜਿਹੜਾ ਦੁਨੀਆ ਨਾਲ ਵਿਚਰਨ ਦਾ ਤਰੀਕਾ ਸੀ, ਸਲੀਕਾ ਸੀ, ਉਹ ਮੈਂ ਵੀ ਉਹ ਕੋਸ਼ਿਸ਼ ਕਰਦਾ ਕਿਉਂਕਿ ਮੈਂ ਦੇਖਿਆ ਜਿਹੜਾ ਕੁਛ ਹੈ ਉਹੀ ਮੈਂ ਵਿਚਰਦਾ ਉਸ ਤਰੀਕੇ ਨਾਲ। ਤੇ ਤੁਹਾਡੀ ਗਾਇਕੀ ਵੀ ਵੈਸੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯਮਲਾ ਜੀ ਦੀ ਗਾਇਕੀ ਵੀ ਹੂ ਲਾਲ ਚੰਦ ਜਮਲਾ ਜੱਟ ਵਰਗੀ ਹੈ ਤੇ ਮੇਰੀ ਮੁਰਾਦ ਆ ਵੀ ਮੈਂ ਤੁਹਾਡੇ ਮੂੰਹ ਇੱਕ ਯਮਲਾ ਜੱਟ ਜੀ ਦਾ ਗੀਤ ਜ਼ਰੂਰ ਸੁਣਾਂ। ਬਿਲਕੁਲ, ਮੈਂ ਜਮਲਾ ਜੀ ਨੂੰ ਗਾ ਨਹੀਂ ਸਕਦਾ, ਉਹਨੂੰ ਦੁਨੀਆ 'ਚ ਕੋਈ ਨਹੀਂ ਗਾ ਸਕਦਾ। ਇੱਕੋ ਫਕੀਰ ਗਵਈਆ ਹੋਇਆ ਜਿਨ੍ਹਾਂ ਨੂੰ ਲੋਕਾਂ ਨੇ, ਲੱਖਾਂ ਲੋਕਾਂ ਨੇ ਗਾਇਆ, ਲੱਖਾਂ ਲੋਕਾਂ ਨੇ ਉਹਨਾਂ ਨੂੰ ਸੁਣਿਆ ਔਰ ਲੱਖਾਂ ਲੋਕਾਂ ਨੇ ਉਹਨਾਂ ਦੇ ਨਾਂ ਤੋਂ ਰੋਟੀਆਂ ਵੀ ਪਕਾਈਆਂ। ਤੇ ਮੇਰਾ ਵੀ, ਮੈਂ ਖੁੱਲ੍ਹ ਕੇ ਸ਼ਰੇਆਮ ਕਹਿਣਾ ਹੁੰਦਾ ਕਿ ਜੇ ਮੇਰੇ ਘਰ ਕੋਈ ਰੋਟੀ ਚੱਲਦੀ ਹੈ ਤਾਂ ਸਿਰਫ ਇੱਕ ਯਮਲਾ ਜੀ ਦੀ ਬਦੌਲਤ ਹੈ। ਤੇ ਮੈਂ ਉਹਨਾਂ ਦਾ ਗਾਣਾ ਸੁਣਾਉਣਾ ਤੁਹਾਨੂੰ, ਅਮਰ ਗੀਤ ਹੋਇਆ, ਤੇਰੇ ਨੀ ਕਰਾਰਾ ਮੈਨੂੰ। ਸਾਫ ਸੁਚੀਏ ਪਾਕ ਪਵਿੱਤਰ ਨੀ, ਇਸ ਦਮ ਦਾ ਕੋਈ ਵਿਸਾ ਨਹੀਂ ਹੋ, ਰਸ ਪੀੜਿਆ ਪੌਰਾਂ ਤੋਂ ਬਚ ਜਾਵੀਂ, ਇਹਨਾਂ ਤੇਰੇ ਵਿੱਚ ਛੱਡਣਾ ਸਾ ਕੋਈ ਨਾ। ਨੀ ਉਹ ਗੱਲ ਕਰ ਲੋਕੀ ਗਾਉਣੇ ਕਹਾਣੀਆਂ, ਉਹ ਗੱਲ ਕਰ ਲੋਕੀ ਗਾਉਣੇ ਕਹਾਣੀਆਂ, ਠੋਕਰਾਂ ਨਾਲ ਠੋਸੀਆਂ ਨਹੀਂ ਹੋ ਜਾਣੀਆਂ। ਮੈਨੂੰ ਤੇਰੀ ਜੁਦਾਈ ਕਰ ਛੱਡਿਆ ਛੁਦਾਈ ਨਾਲੇ, ਯਮਲਾ ਬਣਾ ਕੇ ਪਰੇ ਸੁੱਟਿਆ। ਤੇਰੇ ਨੀ ਗਾਰਾ ਮੈਨੂੰ ਪਟਿਆ ਹੈ, ਮੈਂ ਕੀ ਪਿਆਰ ਵਿੱਚ ਪਟਿਆ, ਦੱਸ ਮੈਂ ਕੀ ਪਿਆਰ ਵਿੱਚ ਪਟਿਆ। ਪਰ ਤੁਸੀਂ ਯਮਲਾ ਜੀ ਦੀ ਗਾਇਕੀ ਤੋਂ ਬਹੁਤ ਕੁਝ ਖੱਟਿਆ, ਇਹਦੇ ਬਾਰੇ ਸਾਰਾ ਜੱਗ ਜਾਣਦਾ। ਹਾਂ, ਉਹਨਾਂ ਨੂੰ ਗਾ ਕੇ ਬਹੁਤ ਦੁਨੀਆ ਨੇ ਖੱਟਿਆ ਤੇ ਉਹ ਵਿੱਚ ਮੇਰਾ ਵੀ ਬਹੁਤ ਕੁਝ। ਮੈਂ ਸ਼ਰੇਆਮ ਕਹਿਣਾ ਹੁੰਦਾ ਕਿ ਜੋ ਵੀ ਤੁਹਾਨੂੰ ਪਹਿਲਾਂ ਵੀ ਮੈਂ ਜ਼ਿਕਰ ਕੀਤਾ, ਉਹਨਾਂ ਦਾ ਕਰਜ਼ ਸਾਰੀ ਉਮਰ ਨੂੰ ਮੈਂ ਲਾ ਸਕਦਾ। ਉਸਤਾਦ ਜਸਵਿੰਦਰ ਜਮਲਾ ਜੀ, ਉਸਤਾਦ ਜਸਦੇਵ ਜਮਲਾ ਜੀ, ਪੂਰੇ ਖਾਨਦਾਨ ਦਾ ਮੈਂ ਕਦਰਦਾਨ ਹਾਂ ਤੇ ਬਹੁਤ ਉਹਨਾਂ ਦਾ ਆਸ਼ੀਰਵਾਦ ਹੈਗਾ। ਤੇ ਮੈਨੂੰ ਥਾਪਣਾ ਮਿਲੀ ਉਸਤਾਦ ਜਸਵਿੰਦਰ ਜਮਲਾ ਜੀ ਤੋਂ। ਮੇਰੇ ਉਸਤਾਦ ਨੇ ਜਿਨ੍ਹਾਂ ਨੂੰ ਮੈਂ ਪੱਗ ਦਿੱਤੀ ਬਕਾਇਦਾ ਤਰੀਕੇ ਨਾਲ, ਉਹਨਾਂ ਦੇ ਮੈਂ ਚਰਨਾਂ 'ਚ ਰਹਿ ਕੇ ਸਿੱਖਿਆ ਤੇ ਉਹਨਾਂ ਨੇ ਮੈਨੂੰ ਥਾਪਣਾ ਦਿੱਤੀ ਸੀ। ਇੱਕ ਥੋੜੀ ਨਿੱਕੀ ਸਟੋਰੀ ਮੈਂ ਤੁਹਾਡੇ ਸ਼ੇਅਰ ਕਰਾਂ। ਤੇ ਮੈਨੂੰ ਕਹਿੰਦੇ ਵੀ ਤੂੰ ਵੀ ਕੁਛ ਸਿੱਖ ਸੁੱਖ ਲਿਆ ਕਰ। ਮੈਨੂੰ ਥੋੜਾ ਜਿਹਾ ਉਸ ਤਰ੍ਹਾਂ ਬੋਲਦੇ ਹੁੰਦੇ ਸੀਗੇ ਵੀ ਤੂੰ ਵੀ ਸਿੱਖ ਲੈ ਕੁਛ ਜੀ। ਤੇ ਮੈਂ ਜੀ ਮੈਂ ਸੇਵਾ ਕਰਨ ਵਾਸਤੇ ਹੈਗਾ ਜੀ, ਜਿਵੇਂ ਤੁਸੀਂ ਕਹੋਗੇ ਮੈਂ ਸਿੱਖ ਲੈਣਾ। ਮੈਨੂੰ ਕਹਿੰਦੇ ਆਹ ਇੱਕ ਵਾਰੀ ਏਦਾਂ ਹਾਰਮੋਨੀਅਮ ਵਜਾਇਆ, ਕਹਿੰਦੇ ਜੀ ਆਹ ਭੈਰਵੀ ਰਾਗ ਹੈ ਤੇ ਸ਼ਾਮ ਨੂੰ ਸੁਣਾਉਣਾ। ਤੇ ਜਦ ਨਾ ਸੁਣਾਇਆ ਤੇ ਉਹਨਾਂ ਕੋਲ ਮਤਾਇਆ ਹੁੰਦੀ ਲੂਣ ਮਿਰਚ ਡੰਡਾ ਚਟਨੀ ਕੁੱਟਦੀ ਜਿਹਦੇ ਨਾਲ, ਕੋਟਾ ਤੇ ਉਹ ਹੁੰਦਾ ਉਹਨਾਂ ਕੋਲ ਹੁੰਦਾ ਸੀ। ਤਾਂ ਉਹ ਕਹਿੰਦੇ ਵੀ ਜੇ ਤੂੰ ਨਾ ਤੈਨੂੰ ਆਇਆ ਤੇ ਸ਼ਾਮ ਨੂੰ ਤੇਰੇ ਹੀ ਪੈਣੇ। ਠੀਕ ਹੈ।
ਮੈਂ ਸਾਰਾ ਦਿਨ ਡਰ ਕੇ ਕੱਢਿਆ ਤੇ ਮੈਂ ਹੌਲੀ ਲੱਭ ਲਿਆ ਏਦਾਂ ਮੈਂ ਹੌਲੀ ਕਰਕੇ ਸਾਰਾ ਦਿਨ ਮੱਥਾ ਮਾਰਿਆ, ਡਰਦੇ ਨੇ ਕੱਢ ਲਿਆ। ਤੇ ਰਾਗ ਭੈਰ ਵੀ ਮੈਂ ਉਹਨਾਂ ਨੂੰ ਸ਼ਾਮ ਨੂੰ ਕਹਿੰਦੇ ਲਿਆ ਵੀ ਹਾਰਮੋਨੀਅਮ ਚੱਕ ਕੇ ਲਿਆ ਸੁਣਾ। ਤੇ ਮੈਂ ਫਿਰ ਜਦੋਂ ਡਰਦੇ ਨੇ ਸੁਣਾਇਆ ਤੇ ਉਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਉਸ ਵੇਲੇ। ਮੈਨੂੰ ਇਦਾਂ ਥਾਪਣਾ ਦੇ ਦਿੱਤੀ ਵੀ ਜਾ ਤੇਰੀ ਕੋਈ ਨਹੀਂ ਬਾਂਹ ਫੜਦਾ। ਠੀਕ ਹੈ। ਔਰ ਉਸ ਦਿਨ ਤੋਂ ਬਾਅਦ ਹਾਰਮੋਨੀਅਮ 'ਚ ਮੈਂ ਨੈਸ਼ਨਲ ਅਵਾਰਡ ਦਿੱਤਾ। ਵਾਹ ਕੀ ਹਾਰਮੋਨੀਅਮ ਵਾਦਨ ਦੇ ਵਿੱਚ। ਠੀਕ ਹੈ। ਨੈਸ਼ਨਲ ਲੈਵਲ ਤੱਕ ਮੈਂ ਵਿਨ ਹੋਇਆ ਔਰ ਹਾਰਮੋਨੀਅਮ ਕਈ ਫਿਲਮਾਂ 'ਚ ਵਜਾਇਆ, ਕਈ ਗਾਣਿਆਂ 'ਚ ਵਜਾਇਆ। ਠੀਕ ਹੈ। ਉਹਨਾਂ ਦਾ ਆਸ਼ੀਰਵਾਦ। ਉਦੋਂ ਬਾਅਦ ਵੇਖੋ ਵੀ ਰੰਗਾ ਰੰਗ ਚੱਲਦਾ ਗਿਆ। ਇੱਕ ਥਾਪਣਾ ਦਾ ਕੰਮ ਹੈ ਕਿਉਂਕਿ ਦਿਲੋਂ ਫਕਰ ਜਦੋਂ ਕੋਈ ਆਸ਼ੀਰਵਾਦ ਦੇ ਦੇ ਨਾ ਉਦੋਂ ਬਹੁਤ ਕੁਝ ਹੋ ਜਾਂਦਾ। ਵੈਸੇ ਦੁਨੀਆ ਸਿੱਖਦੀ ਬਹੁਤ ਫਿਰਦੀ, ਸਿਖਾਉਂਦੀ ਬਹੁਤ ਫਿਰਦੀ ਹੈ, ਬਟ ਜਦੋਂ ਦੁਆ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸਿਆਣੇ ਕਹਿੰਦੇ ਵੀ ਆ ਵੀ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ। ਸ਼ਾਹ ਗੁਰੂ ਬਿਨਾਂ ਪੱਤ ਨਹੀਂ, ਬਿਲਕੁਲ ਇਹ ਗੱਲ ਸਹੀ ਹੈ। ਤੇ ਬਾਕੀ ਦੁਆ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਕਲਾਕਾਰ ਬਣ ਜਾਣਾ ਹੋਰ ਗੱਲ ਹੈ, ਕਿਸਮਤਕਾਰ ਬਣਨਾ ਬਹੁਤ ਜ਼ਰੂਰੀ ਹੈ। ਕਿਸਮਤਕਾਰ ਹੋਣਾ ਜ਼ਰੂਰੀ ਹੈ। ਕਿਸਮਤ ਉਦੋਂ ਹੀ ਬਣਦੀ ਜਦੋਂ ਕਿਸੇ ਮੁਰਸ਼ਿਦ ਦਾ ਹੱਥ ਲੱਗਦਾ। ਹਾਂ, ਰਹਿਮਤ ਹੋ ਜਾਏ। ਤੇ ਜਿੱਦਾਂ ਕਿ ਸਾਰੇ ਦਰਸ਼ਕ ਜਾਣਦੇ ਨੇ ਕਿ ਕੋਈ ਵੀ ਕਲਾਕਾਰ ਹੋਵੇ ਉਹਨੂੰ ਆਪਣੀ ਗਾਇਕੀ ਦੇ ਵਿੱਚ ਅੱਗੇ ਵਧਣ ਲਈ ਅਖਿਆਈਆਂ ਵੀ ਬਹੁਤ ਆਉਂਦੀਆਂ ਨੇ। ਤੇ ਜਮਲਾ ਜੀ ਤੁਹਾਨੂੰ ਵੀ ਮੈਨੂੰ ਇਹ ਬਖੂਬੀ ਪਤਾ ਹੈ ਕਿ ਤੁਹਾਨੂੰ ਵੀ ਬਹੁਤ ਅਖਿਆਈਆਂ ਆਈਆਂ, ਪਰ ਸਾਡੇ ਦਰਸ਼ਕਾਂ ਨੂੰ ਵੀ ਖੁੱਲ ਕੇ ਦੱਸੋ ਇਸ ਬਾਰੇ। ਅਖਾਈਆਂ ਤਾਂ ਬਹੁਤ, ਇੱਕ ਜਿਹੜਾ ਦ੍ਰਿੜ ਨਿਸ਼ਚਾ ਹੁੰਦਾ ਹੈ ਕਿਉਂਕਿ ਜਦੋਂ ਸਤਿਗੁਰੂ ਦੀ ਮਰਜ਼ੀ ਹੁੰਦੀ ਹੈ, ਉਹਨੇ ਛੋਟੇ ਰੁਤਬੇ ਤੋਂ ਇੰਨਾ ਰੁਤਬਾ ਲਿਆ ਕੇ ਦਿੱਤਾ ਤੇ ਉਹ ਉਹਦੀ ਮਰਜ਼ੀ ਸੀਗੀ ਤਾਂ ਉਹਨੇ ਸਾਰਾ ਕੁਝ। ਅਖਾਈਆਂ ਦਾ ਭਾਵ ਹੁੰਦਾ ਵੀ ਕਿਸੇ ਬੰਦੇ ਨੂੰ ਜਿਵੇਂ ਸੋਨੇ ਨੂੰ ਰਾੜ ਦਿੰਦੇ ਉਵੇਂ ਉਹ ਮਾਲਕ ਕਰਦਾ ਵੀ ਇਹਨੂੰ ਥੋੜਾ ਜਿਹਾ ਮੈਂ ਪੂਰਾ ਗਰਮ ਕਰਕੇ ਰੱਖਣਾ, ਇਹਨੂੰ ਪੂਰਾ ਦੁਨੀਆ ਵਿੱਚ ਵਿਚਰਨਾ ਇਹਨੇ। ਇਸ ਕਰਕੇ ਉਹ ਮੈਨੂੰ ਬਹੁਤ ਅਖਾਈਆਂ ਵੀ ਆਈਆਂ। ਮੈਂ ਸਾਈਕਲ ਤੇ ਜਾ ਕੇ ਦੂਰ ਦੂਰ ਸਿੱਖਿਆ, ਅੰਮ੍ਰਿਤਸਰ ਤੱਕ ਬਹੁਤ ਦੂਰ ਦੂਰ ਜਾ ਕੇ ਸਿੱਖਿਆ, ਮਲੇਰਕੋਟਲੇ ਤੱਕ ਸਿੱਖਿਆ, ਫਰੀਦਕੋਟ ਜਾ ਕੇ ਸਿੱਖਿਆ, ਬੜੇ ਬੜੇ ਉਸਤਾਦਾਂ ਕੋਲ ਸਿੱਖਿਆ। ਸਾਈਕਲ ਤੇ ਜਾਣਾ, ਬੱਸਾਂ ਤੇ ਜਾਣਾ, ਕਿਰਾਇਆ ਭਾੜਾ ਵੀ ਨਹੀਂ ਹੁੰਦਾ ਸੀ ਕਿਸੇ ਟਾਈਮ, ਬਹੁਤ ਮੁਸ਼ਕਲਾਂ ਨਾਲ ਸਿੱਖਿਆ। ਤੇ ਪਰ ਮੈਨੂੰ ਮੇਰੇ ਉਸਤਾਦ ਜਿੰਨੇ ਮਿਲੇ ਆ ਸਾਰਿਆਂ ਨੇ ਦਿਲੋਂ ਸਿਖਾਇਆ ਤੇ ਮੈਂ ਬਹੁਤ ਜ਼ਿਆਦਾ ਸਿੱਖਿਆ ਤੇ ਹੁਣ ਵੀ ਸਿੱਖਦਾ। ਤੇ ਮੈਂ ਹਮੇਸ਼ਾ ਇਹ ਆਪਦੇ ਸਟੂਡੈਂਟਸ ਨੂੰ ਵੀ ਕਹਿੰਦਾ ਹੁੰਦਾ ਕਿ ਜਿਹੜਾ ਸੰਗੀਤ ਹੈ ਇੱਕ ਐਡਾ ਵੱਡਾ ਵਿਸ਼ਾ ਹੈ ਤੇ ਇਹਦੇ ਦੁਨੀਆ ਸਾਰੀ ਸੰਗੀਤ ਦੀ ਵਿਦਿਆਰਥੀ ਹੈ। ਮੈਂ ਵੀ ਇੱਕ ਵਿਦਿਆਰਥੀ ਹਾਂ। ਇਹ ਹੋ ਸਕਦਾ ਮੈਂ ਸੀਨੀਅਰ ਵਿਦਿਆਰਥੀ ਹਾਂ, ਕੋਈ ਸੀਨੀਅਰ ਹੁੰਦਾ, ਕੋਈ ਸੀਨੀਅਰ ਹੁੰਦਾ, ਬਟ ਸਾਰੀ ਦੁਨੀਆ ਇਹਦੀ ਵਿਦਿਆਰਥੀ ਹੈ। ਸੰਗੀਤ ਦਾ ਪੂਰਾ ਕੰਪਲੀਟ ਨਾ ਕੋਈ ਹੋਇਆ ਨਾ ਕੋਈ ਹੋਣਾ। ਸੰਗੀਤ ਹੈ ਵੀ ਸਿੱਖਣ ਦਾ ਨਾਮ। ਹਾਂਜੀ, ਸੰਗੀਤ ਸਿੱਖਣਾ ਚਾਹੀਦਾ। ਬਿਲਕੁਲ, ਸਿੱਖਣ ਤੋਂ ਬਿਨਾਂ ਨਹੀਂ ਦੱਸ ਪੁੱਛ ਕੇ ਗਾਇਕੀ ਆਉਂਦੀ ਹੈ। ਪੁੱਛਣਾ ਚਾਹੀਦਾ, ਉਸਤਾਦਾਂ ਕੋਲ ਬੈਠਣਾ ਚਾਹੀਦਾ। ਫਿਰ ਤੇ ਜਿਹੜੀ ਗਾਇਕੀ ਦਾ ਜਿੰਮਾ ਤੁਸੀਂ ਚੱਕਿਆ, ਮੈਨੂੰ ਉਹਦੇ ਬਾਰੇ ਬਹੁਤ ਕਦੇ ਕਦੇ ਖੁਸ਼ੀ ਹੁੰਦੀ ਹੈ ਕਿ ਤੁਸੀਂ ਪੰਜਾਬ ਦੇ ਉਹਨਾਂ ਗਾਇਕਾਂ ਦੇ ਵਿੱਚ ਆਉਂਦੇ ਹੋ ਕਿ ਜਿਹੜੇ ਸੱਭਿਆਚਾਰ ਨੂੰ ਬਚਾ ਕੇ ਰੱਖ ਰਹੇ ਨੇ। ਪਰ ਇਸ ਗਾਇਕੀ ਨੂੰ ਚਲਾਉਣਾ, ਇਹਦੇ ਨਾਲ ਪਰਿਵਾਰ ਪਾਲਣਾ, ਇਹ ਵੀ ਇੱਕ ਦ੍ਰਿੜ ਇਰਾਦੇ ਵਾਲੇ ਬੰਦੇ ਦਾ ਕੰਮ ਹੈ, ਦ੍ਰਿੜ ਗਾਇਕ ਦਾ ਕੰਮ ਹੈ। ਬਹੁਤ ਵਧੀਆ, ਇਹ ਤੁਸੀਂ ਵਧੀਆ ਸਵਾਲ ਕੀਤਾ ਕਿ 1996 ਤੋਂ ਮੈਂ ਸੱਭਿਆਚਾਰਕ ਚੇਤਨਾ ਮੁਹਿੰਮ ਦਾ ਆਗਾਜ਼ ਕੀਤਾ। ਠੀਕ ਹੈ। ਉਦੋਂ ਅਸੀਂ YJM ਸੰਗੀਤ ਸੇਵਾ ਸੁਸਾਇਟੀ ਵੀ ਇੱਕ ਸਥਾਪਿਤ ਕੀਤੀ, ਜਿਹਦੇ ਪਦਮ ਸ਼੍ਰੀ ਹੰਸ ਹੋਰੀ ਉਹਨਾਂ ਨੇ ਸਰਪ੍ਰਸਤ ਬਣੇ। ਔਰ ਉਦੋਂ ਮੈਂ ਬਹੁਤ ਇਕੱਲਾ ਸੀਗਾ, ਮੇਰੇ ਕੋਲ 5-4 ਬੰਦੇ ਸੀਗੇ। ਉਸ ਸੰਸਥਾ ਨੂੰ ਚਲਾਇਆ ਤੇ ਉਸ ਤੋਂ ਬਾਅਦ ਬਹੁਤ ਵੱਡੀ ਇੱਕ ਚੇਨ ਬਣੀ ਹੈ। ਤੇ ਸੱਭਿਆਚਾਰਕ ਚੇਤਨਾ ਮੁਹਿੰਮ ਦੇ ਤੌਰ ਤੇ ਅਸੀਂ ਵਰਲਡ 'ਚ ਕਹਿ ਲਓ ਔਰ ਪੰਜਾਬ 'ਚ ਕਹਿ ਲਓ ਬਹੁਤ ਵੱਡੇ ਵੱਡੇ ਪ੍ਰੋਗਰਾਮ ਕਰਵਾਏ ਆ। ਲੋਕਾਂ ਨੂੰ ਅਵੇਅਰਨੈਸ ਟਾਈਪ ਵੀ ਪੰਜਾਬ ਦੇ ਕਲਚਰ ਨਾਲ ਜੋੜਨ ਲਈ, ਪੰਜਾਬ ਦੇ ਸੱਭਿਆਚਾਰ ਦੇ ਜੋੜਨ ਲਈ ਤੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਕੀਤੇ ਆ ਤੇ ਕਰ ਵੀ ਰਹੇ ਆ। ਤੇ ਹਮੇਸ਼ਾ ਮੈਂ ਸੱਭਿਆਚਾਰ ਨਾਲ ਜੁੜਿਆ ਰਹਿਣਾ। ਤੇ ਮੈਂ ਆਮ ਵੀ ਗੱਲ ਸਾਰੇ ਮੇਰੇ ਅਖਬਾਰ 'ਚ ਪਹਿਲਾਂ ਪੱਤਰਕਾਰ ਨੇ ਪੁੱਛਿਆ ਜੀ, ਕਹਿੰਦੇ ਜੀ ਇੱਕ ਸੈਂਸਰ ਬੋਰਡ ਬਣਿਆ, ਕੋਈ ਲੈਕਚਰ ਗਾਇਕੀ ਜਿਹੜੀ ਚੱਲਦੀ ਅੱਜ ਕੱਲ੍ਹ ਉਹਨਾਂ ਵਾਸਤੇ ਸੈਂਸਰ ਬੋਰਡ ਕੀ ਕੰਮ ਕਰੇ, ਤੁਸੀਂ ਕੀ ਅਡਵਾਈਸ ਦਿਓਗੇ? ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਸੈਂਸਰ ਬੋਰਡ ਜਿਹੜਾ ਹੁੰਦਾ ਹੈ ਉਹ ਸਰਕਾਰੀ, ਉਹਨਾਂ ਦੇ 100 ਦਬਾਅ ਹੁੰਦੇ, ਬੜਾ ਕੁਝ ਹੋ ਸਕਦਾ ਹੈ ਤੇ ਬਟ ਜਿਹੜਾ ਸੈਂਸਰ ਬੋਰਡ ਆ ਨਾ ਉਹ ਹਰ ਬੰਦੇ ਦੇ ਆਪਣੇ ਘਰੇ ਹੁੰਦਾ ਹੈ। ਸੈਂਸਰ ਬੋਰਡ ਉਹਦੀ ਮਾਂ, ਉਹਦੀ ਭੈਣ, ਉਹਦੀ ਧੀ, ਉਹਦੀ ਨੂੰਹ, ਉਹਦੀ ਘਰ ਵਾਲੀ ਹੈ। ਉਹ ਸੈਂਸਰ ਬੋਰਡ ਹੈ। ਜਦੋਂ ਤੁਸੀਂ ਗਾਣਾ ਕੋਈ ਮਾਰਕੀਟ 'ਚ ਲਾਂਚ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਇਨਸਾਨੀ ਦੇ ਨਾਤੇ ਆਪਣੀ ਮਾਂ ਨੂੰ ਗਾਣਾ ਸੁਣਾਓ, ਫਿਰ ਆਪਣੀ ਭੈਣ ਨੂੰ ਸੁਣਾਓ, ਆਪਣੀ ਧੀ ਨੂੰ ਸੁਣਾਓ, ਆਪਣੀ ਘਰ ਵਾਲੀ ਨੂੰ ਸੁਣਾਓ। ਜੇ ਤੁਹਾਨੂੰ ਕਵੇ ਵੀ ਗਾਣਾ ਬਹੁਤ ਵਧੀਆ ਹੈ ਜਾਂ ਤੁਹਾਨੂੰ ਸੁਣਾ ਸਕਦਾ ਹੋਵੇ ਕੋਈ ਬੰਦਾ ਤੇ ਫਿਰ ਆਪਾਂ ਨੂੰ ਹੱਕ ਹੈ ਕਿ ਦੂਜੀਆਂ ਧੀਆਂ ਭੈਣਾਂ ਨੂੰ ਸੁਣਾਈਏ। ਤੇ ਜੇ ਆਪਾਂ ਆਪਦੇ ਘਰੇ ਨਹੀਂ ਸੁਣਾ ਸਕਦੇ ਤੇ ਦੂਜਿਆਂ ਨੂੰ ਕਿਉਂ ਫਿਰ ਤੁਸੀਂ ਪਰੇਸ਼ਾਨ ਕਰਤਾ? ਤੇ ਗਾਇਕੀ ਜਿਹੜੀ ਅੱਜ ਦੀ ਹੈਗੀ ਪਰੇਸ਼ਾਨੀ ਵਾਲੀ ਗਾਇਕੀ ਹੈਗੀ ਹੈ, ਸਿਰਫ ਦੇਖਣ ਵਾਲੀ ਗਾਇਕੀ ਬਣ ਗਈ, ਸੁਣਨ ਵਾਲੀ ਸਕੂਨ ਵਾਲੀ ਗਾਇਕੀ ਨਹੀਂ ਹੈਗੀ। ਧੂਮ ਧੜੱਕਾ ਹਥਿਆਰਾਂ ਵਾਲੀ ਗਾਇਕੀ ਹੁਣ ਹੈਗੀ ਇਸ ਟਾਈਮ ਜੀ। ਤੇ ਇਹਦੇ ਪਿੱਛੇ ਜਿਹੜੇ ਕਾਰਨ ਹੈਗੇ ਆ ਉਹ ਕਾਰਨ ਇਹੀ ਹੈ, ਪਬਲਿਕ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਪਬਲਿਕ ਨੂੰ ਅੱਗੇ ਆਉਣਾ ਪਊਗਾ ਤਾਂ ਹੀ ਇਹਦਾ ਹੱਲ ਹੋ ਸਕਦਾ ਹੈ।
ਜੀ ਜੇ ਕੋਈ ਚੰਗਾ ਗਾਉਂਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਮਾੜੇ ਨੂੰ ਘਰੋਂ ਕੱਢੋ ਜੀ। ਸਾਡੀਆਂ ਧੀਆਂ ਭੈਣਾਂ ਦਾ ਕੋਈ ਲੱਕ ਮਿਣੀ ਜਾਂਦਾ, ਕੋਈ ਕਹਿੰਦਾ ਪਟਾਕਾ, ਕੋਈ ਕਹਿੰਦਾ ਪਟੋਲਾ, ਅਸੀਂ ਕਹਿੰਦੇ ਬਹੁਤ ਤਕੜਾ ਕਲਾਕਾਰ। ਹਾਂ, ਇਹਦੇ ਪਰ ਸਾਡੀ ਨਾਲ ਲਾਇਕੀ ਆ, ਇਸ ਕਰਕੇ ਸਾਨੂੰ ਪਹਿਲਾਂ ਅਵੇਅਰ ਹੋਣਾ ਪਊਗਾ, ਫਿਰ ਜਾ ਕੇ ਆਪਾਂ ਸੋਚਣ ਦੱਸ ਸਕਦੇ ਹਾਂ ਕੁਛ। ਬਿਲਕੁਲ, ਪਹਿਲਾਂ ਖੁਦ ਅਵੇਅਰ ਹੋਣਾ ਪੈਣਾ। ਤੇ ਜਿੱਦਾਂ ਕਿ ਤੁਹਾਡੇ ਮੈਂ ਇੱਕ ਗਾਣਾ ਮੈਨੂੰ ਬਹੁਤ ਚੰਗਾ ਲੱਗਦਾ, ਮੈਨੂੰ ਜਿਹਨੀ ਤੌਰ ਤੇ ਵੀ ਰੋਟੀ ਗਰਮ ਤੇ ਬਹੁਤੀ ਨਰਮ, ਪੇਂਡੂ ਦਬਕੇ ਦਾ ਗਾਣਾ, ਬੜਾ ਹਾਸੇ ਠੱਠੇ ਜਿਹਾ ਗਾਣਾ। ਮੇਰੀ ਮੈਂ ਚਾਹੁੰਦਾ ਵੀ ਇੱਕ ਵਾਰੀ ਉਹ ਵੀ ਤੁਸੀਂ ਪਲੀਜ਼ ਗੁਣਗੁਣਾ ਕੇ ਸੁਣਾ ਦਿਓ। ਬਿਲਕੁਲ, ਰੋਟੀ ਗਰਮ ਤੇ ਬਹੁਤੀ ਨਰਮ ਮਿਲਦੀ ਕਰਮਾਂ ਵਾਲਿਆਂ ਨੂੰ, ਤੇ ਮੈਂ ਇਹ ਗਾਇਆ। ਤੇ ਮੇਰੇ ਘਰੇ ਮੈਂ ਇਸ ਗੱਲ ਸਪੈਸ਼ਲ ਕਹੂੰਗਾ ਕਿ ਮੇਰੀ ਜਿਹੜੀ ਵਾਈਫ ਹੈ ਹਾਂਜੀ ਭਿੰਦਰਜੀਤ ਕੌਰ, ਹਾਂਜੀ, ਮੇਰੇ ਲਈ ਬਹੁਤ ਵੱਡੀ ਜਿਹੜੀ ਰਿਸਪੈਕਟ ਦੀ ਜਗ੍ਹਾ ਹੈਗੀ। ਮਤਲਬ ਤੁਹਾਨੂੰ ਮਿਲ ਰਹੀ ਹੈ, ਤੁਸੀਂ ਤਾਂ ਗਾਇਆ। ਹਾਂ, ਮੈਨੂੰ ਮਿਲੀ ਹੈ ਤੇ ਮੇਰੇ ਉਹਦੇ ਦੁਆਵਾਂ ਕਰਕੇ ਮੇਰੇ ਕੋਲ ਬਹੁਤ ਕੁਛ ਹੈਗਾ ਮੈਂ ਸੁਣਾਉਣਾ। ਉਹ ਬੰਦਾ ਹੀਰੋ ਬਣ ਜਾਵੇ, ਉਹ ਬੰਦਾ ਹੀਰੋ ਬਣ ਜਾਵੇ, ਜੇ ਮਿਲੇ ਸਪੋਰਟ ਕੋਲ ਹੁਣ ਨੋਟ ਨਾ ਕਰੇ ਗੁਲਾਮੀ, ਸੁਖੀ ਰਹਿਣਾ ਦਿੰਦੀ ਏ ਅੰਦਰਲੀ ਖੋਟ, ਇਸ਼ਕ ਦੀ ਚੋਟ ਹੋਈ ਬਦਨਾਮੀ, ਕਰਨ ਕੁਕਰਮ ਵੱਡੇ ਦੀ ਸ਼ਰਮ, ਕਰਨ ਕੁਕਰਮ ਵੱਡੇ ਦੀ ਸ਼ਰਮ ਨਹੀਂ ਹੁੰਦੀ ਦਿਲ ਦੇ ਕਾਲਿਆਂ ਨੂੰ, ਦਿਲ ਦੇ ਕਾਲਿਆਂ ਨੂੰ। ਰੋਟੀ ਗਰਮ ਤੇ ਵੋਟੀ ਨਰਮ ਪਈ ਮਿਲਦੀ ਕਰਮਾਂ ਵਾਲਿਆਂ ਨੂੰ, ਰੋਟੀ ਗਰਮ ਤੇ ਵੋਟੀ ਨਰਮ ਪਈ ਮਿਲਦੀ ਭਾਗਾਂ ਵਾਲਿਆਂ ਨੂੰ, ਰੋਟੀ ਗਰਮ ਤੇ ਵੋਟੀ ਨਰਮ ਪਈ ਮਿਲਦੀ ਕਰਮਾਂ ਵਾਲਿਆਂ। ਵੈਸੇ ਦੋਸਤੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਯਮਲਾ ਜੀ ਦੀ ਗਾਇਕੀ ਵੀ ਬਾਕਮਾਲ ਆ, ਪਰ ਇਹਨਾਂ ਦੀ ਗਾਇਕੀ ਦਾ ਇੱਕ ਵੱਡਾ ਗੁਣ ਹੈ ਕਿ ਇਹਨਾਂ ਨੇ ਗਾਇਕੀ ਨੂੰ ਆਪਦੇ ਤੱਕ ਨਹੀਂ ਰੱਖਿਆ, ਸਗੋਂ ਲੋਕਾਂ ਦੇ ਵਿੱਚ ਜਾਂ ਜਿਹੜੇ ਨਵੇਂ ਮੁੰਡੇ ਸਿੱਖਣਾ ਚਾਹੁੰਦੇ ਨੇ, ਗਾਇਕੀ ਵੱਲ ਆਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਇੱਕ ਚਾਨਣ ਮੁਨਾਰਾ ਬਣੇ ਹੋਏ ਨੇ। ਤਾਂ ਮੈਨੂੰ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਤੇ ਮੈਨੂੰ ਵੀ ਦੱਸੋ ਕਿ ਇਹ ਤੁਹਾਡਾ ਜਿਹੜਾ ਤੁਸੀਂ ਐਜੂਕੇਸ਼ਨ ਦਾ ਆਪਣਾ ਇੰਸਟੀਚਿਊਟ ਹੈ, ਇਹਦੀ ਸਥਾਪਨਾ ਕਦੋਂ ਕੀਤੀ ਤੇ ਇਹਦਾ ਕਿੱਥੇ ਤੱਕ ਲੈ ਕੇ ਤੁਸੀਂ ਜਾ ਰਹੇ ਹੋ, ਤੇ ਬੱਚੇ ਤੁਹਾਡੇ ਹੁਣ ਤੱਕ ਕਿੰਨੇ ਕੁ ਬੱਚੇ ਤੁਹਾਡੇ ਕੋਲੇ ਸਿੱਖ ਚੁੱਕੇ ਨੇ? ਹਾਂਜੀ, ਮੈਂ ਨਾ ਇੱਕ ਆਰਟੀਕਲ ਪੜ੍ਹਿਆ ਕਿ ਉਹਦੇ ਚ ਨਾ ਲਿਖਿਆ ਵੀ ਫਲਾਨਾ ਸਿੰਘ ਬਹੁਤ ਵੱਡਾ ਵੈਦ ਸੀ। ਠੀਕ ਹੈ, ਉਹਦੇ ਕੋਲੇ ਬੜੇ ਨੁਕਤੇ ਸੀਗੇ ਔਰ ਉਹਨੇ ਮਤਲਬ ਲੋਕਾਂ ਨੂੰ ਦੱਸਿਆ ਨਹੀਂ। ਠੀਕ ਹੈ, ਜੇ ਉਹ ਨੁਕਤੇ ਦੱਸੇ ਹੁੰਦੇ ਤਾਂ ਮੇਰੇ ਖਿਆਲ 'ਚ ਜਿਹੜੀ ਅੱਜ ਕਰੋਨਾ ਵਰਗੀ ਬਿਮਾਰੀ ਹੈ ਜਾਂ ਹੋਰ ਕਿੰਨੀਆਂ ਬਿਮਾਰੀਆਂ ਮਹਾਂਮਾਰੀਆਂ ਚੱਲੀ ਜਾਂਦੀਆਂ, ਤੇ ਉਹ ਨੁਕਤੇ ਜੇ ਕੋਈ ਬੰਦੇ ਲਿਖ ਜਾਂਦੇ ਜਾਂ ਦੱਸ ਜਾਂਦੇ ਕਿਸੇ ਨੂੰ, ਤੇ ਉਹ ਦੁਨੀਆ ਦਾ ਭਲਾ ਹੋ ਜਾਂਦਾ। ਠੀਕ ਹੈ, ਤੇ ਕਹਿਣ ਭਾਵ ਇਹ ਹੈ ਵੀ ਜੇ ਕਿਸੇ ਕੋਲ ਕੋਈ ਹੁਨਰ ਹੈ ਜਾਂ ਕੋਈ ਕਲਾ ਜਾਂ ਗਿਆਨ ਹੈ, ਉਹਨੂੰ ਵੰਡਣਾ ਚਾਹੀਦਾ। ਬਿਲਕੁਲ। ਤਾਂ ਮੈਨੂੰ ਉਸਤਾਦਾਂ ਨੇ ਵੀ ਇਹ ਕਿਹਾ ਕਿ ਕਾਕਾ ਜੋ ਤੁਹਾਡੇ ਕੋਲੇ ਆ, ਮੈਂ ਹਮੇਸ਼ਾ ਕਦੇ ਵੀ ਉਸਤਾਦ ਬਣਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਮੈਂ ਉਸਤਾਦ ਬਣ ਸਕਦਾ ਨਾ ਮੈਂ ਹੈਗਾ। ਤੇ ਮੇਰੇ ਕੋਲ ਜੋ ਗਿਆਨ ਹੈ ਮੈਂ ਉਹ ਆਪਣੇ ਚਾਹਣ ਵਾਲਿਆਂ ਨੂੰ, ਕੋਈ ਉਹ ਮੇਰੇ ਕੋਲ ਬਹਿੰਦਾ ਦੱਸਦਾ, ਮੈਂ ਦੱਸਦਾ। ਬਹੁਤ ਦੁਨੀਆ ਮੇਰੇ ਕੋਲ ਸਿੱਖਣ ਲੱਗੀ। 1996 ਤੋਂ ਮੈਂ ਆਪਣਾ YJ ਇੰਸਟੀਚਿਊਟ ਠੀਕ ਹੈ ਆਫ ਪ੍ਰੋਫੈਸ਼ਨਲ ਐਜੂਕੇਸ਼ਨ ਸਾਡਾ ਨਾਮ ਹੈਗਾ। ਠੀਕ ਹੈ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਐਫੀਲੀਏਟਡ ਹੈਗਾ, ਠੀਕ ਹੈ। ਰਿਕੋਗਨਾਈਜ਼ ਹੈਗਾ, ਤੇ ਇਹਦੇ ਅੰਡਰ ਅਸੀਂ ਫਿਰ ਸੈਂਟਰ ਚਲਾ ਰਹੇ ਹਾਂ ਔਰ ਲੋਕਾਂ ਨੂੰ ਸਿਖਾਇਆ। ਜਿੰਨਾ ਮੈਨੂੰ ਆਉਂਦਾ ਮੈਂ ਸਾਰਿਆਂ ਨੂੰ ਆਪਣਾ ਗਿਆਨ ਦੇਈਦਾ। ਇਸ ਤੋਂ ਸੈਂਕੜੇ ਹਜ਼ਾਰਾਂ, ਮੈਨੂੰ ਤਾਂ ਗਿਣਤੀ ਵੀ ਨਹੀਂ ਪਤਾ, ਅੱਛਾ, ਹਜ਼ਾਰਾਂ ਦੇ ਲੋਕ ਇੱਥੋਂ ਸਿੱਖ ਗਏ। ਗੁਰਬਾਣੀ ਕੀਰਤਨ ਦੇ ਲੋਕ, ਰਾਗੀ ਸਿੰਘ ਬਹੁਤ ਵੱਡੇ ਵੱਡੇ ਬਣ ਗਏ, ਦੂਰ ਦੂਰ ਕੈਨੇਡਾ ਅਮਰੀਕਾ ਪਹੁੰਚ ਗਏ। ਇਸ ਤੋਂ ਇਲਾਵਾ ਸਿੰਗਰ ਬਹੁਤ ਬਣੇ ਆ, ਤੇ ਮਾਲਕ ਦੀ ਦੁਆ ਵੀ ਹੈ ਸਾਰੇ ਜਣੇ ਕਾਮਯਾਬ ਹੋਣ। ਠੀਕ ਹੈ। ਹਮੇਸ਼ਾ ਦਿਲ ਖੋਲ ਕੇ ਮੈਂ ਉਹਨਾਂ ਨੂੰ ਸਿਖਾਇਆ, ਤੇ ਜੋ ਹੁਣ ਸਿੱਖ ਰਹੇ ਉਹਨਾਂ ਨੂੰ ਵੀ ਦਿਲ ਖੋਲ ਕੇ ਸਿਖਾਈਦਾ। ਤੇ ਯਮਲਾ ਜੀ ਮੈਨੂੰ ਇਹ ਦੱਸੋ ਵੀ ਜਦੋਂ ਅੱਜ ਦੀ ਭੜਕਾਊ ਗਾਇਕੀ ਤੋਂ ਕਦੇ ਕਦੇ ਤੁਹਾਡਾ ਦਿਲ ਨਹੀਂ ਆਖਦਾ ਕਿ ਇਹ ਕੀ ਚੱਲ ਰਿਹਾ? ਯਮਲੇ ਜੀ ਨੇ ਤਾਂ ਸਾਨੂੰ ਇਹ ਨਹੀਂ ਦੱਸਿਆ ਸੀ, ਉਹਨਾਂ ਦੀ ਗਾਇਕੀ ਤਾਂ ਬੜੀ ਰੂਹ ਨੂੰ ਤਾਜ਼ਗੀ ਹੈ। ਯਮਲਾ ਜੀ ਕਹਿੰਦੇ ਕਿ ਇਹੋ ਹਾਲ ਰਿਹਾ ਜੇ ਯਮਲਾ ਤੇ ਹੋ ਜੂ ਮੁਸ਼ਕਲ ਜੀਣਾ, ਅੰਮ੍ਰਿਤ ਦੀ ਥਾਂ ਹਰ ਬੰਦੇ ਨੂੰ ਜ਼ਹਿਰ ਪਊਗਾ ਪੀਣਾ। ਠੀਕ ਹੈ। ਸੋਚਾਂ ਦੇ ਵਿੱਚ ਵਕਤ ਬੀਤ ਜੂ ਤੇ ਨੀਂਦ ਕਿਸੇ ਨਾ ਪਊ, ਅੱਜ ਚਿੱਟਾ ਹੋ ਗਿਆ ਲਹੂ, ਉਹ ਵੀਰੋ ਚਿੱਟਾ ਹੋ ਗਿਆ ਲਹੂ। ਇਹ ਨਾ ਜਿਹੜੇ ਯਮਲਾ ਜੀ ਅੱਗੇ ਫਕੀਰ ਹੋਈ ਸੀ, ਇਹਨਾਂ ਨੂੰ ਫਿਊਚਰ ਦਾ ਹੀ ਪਤਾ ਸੀ। ਠੀਕ ਹੈ। ਇਹਨਾਂ ਨੂੰ ਇਹ ਪਤਾ ਸੀ ਵੀ ਦੁਨੀਆ 'ਚ ਕੀ ਕੀ ਹੋਣਾ। ਤਾਂ ਹੁਣ ਦੀ ਜਿਹੜੀ ਗਾਇਕੀ ਹੈ ਉਹ ਇੱਕ ਵੇਖਣ ਵਾਲੀ ਗਾਇਕੀ ਹੈ। ਠੀਕ ਹੈ। ਦੋ ਤਰ੍ਹਾਂ ਦਾ ਅਸਰ ਹੁੰਦਾ ਗਾਇਕੀ ਦਾ, ਇੱਕ ਹੁੰਦਾ ਦਿਮਾਗ ਤੇ ਅਸਰ, ਇੱਕ ਹੁੰਦਾ ਦਿਲ ਤੇ ਅਸਰ। ਠੀਕ ਹੈ। ਅੱਜ ਦੀ ਗਾਇਕੀ ਦਿਮਾਗ ਤੇ ਅਸਰ ਕਰਨ ਵਾਲੀ ਹੈ, 2 ਘੰਟੇ ਰਹਿ ਗਿਆ, 3 ਘੰਟੇ ਅਸਰ ਰਹਿ ਗਿਆ। ਤੇ ਜਿਹੜੀ ਦਿਲ ਦੀ ਅਸਰ ਦੇ ਕਰਨ ਵਾਲੀ ਉਹ ਗਾਇਕੀ ਹੁੰਦੀ ਹੈ, ਜਿਹੜੀ ਯਮਲਾ ਜੀ ਵਰਗੀ ਗਾਇਕੀ, ਨੁਸਰਤ ਫਤਿਹ ਖਾਨ ਸਾਹਿਬ ਉਹਨਾਂ ਦੀ ਗਾਇਕੀ, ਮੁਹੰਮਦ ਰਫੀ ਸਾਹਿਬ ਦੀ ਗਾਇਕੀ ਹੋ ਗਈ, ਲਤਾ ਮੰਗੇਸ਼ਕਰ ਸਾਹਿਬ, ਮੈਡਮ ਭੈਣ ਜੀ ਮਾਤਾ ਜੀ ਹੈ, ਉਹਨਾਂ ਦੀ ਗਾਇਕੀ, ਇਹ ਦਿਲ ਤੇ ਅਸਰ ਕਰਦੀ ਹੈ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਕੁਮਾਰੀ ਹੁੰਦੀ ਹੁੰਦੀ, ਇਹ ਬਿਲਕੁਲ ਉਹੀ ਗੱਲ ਹੁੰਦੀ ਹੈ। ਤਾਂ ਜਿਹੜੀ ਦੂਜੀ ਹੈ ਉਹ ਜਿਵੇਂ ਰਾਤ ਨੂੰ ਕੋਲ ਲਾ ਕੇ ਬਹਿ ਗਿਆ, ਦਿਹਾੜੀ ਜਿਹੜੀ ਮਾੜੀ ਮੋਟੀ ਕਮਾਈ ਉਹ ਰਾਤ ਨੂੰ ਲਾ ਲਈ, ਤੜਕੇ ਉਤਰ ਗਈ, ਉਹ ਭਰੋਸਾ ਵਾ।
ਠੀਕ ਹੈ। ਉਹ ਇਹ ਅੱਜ ਦੀ ਗਾਇਕੀ ਹੈ। ਹਾਂ। ਤੇ ਇਹ ਮਤਲਬ ਕਲਯੁਗ ਦੀ ਨਿਸ਼ਾਨੀ ਹੈ। ਠੀਕ ਹੈ। ਕਲਯੁਗ ਦੇ ਵਿੱਚ ਨਿਸ਼ਾਨੀ ਹੈ। ਹੂੰ। ਤੇ ਕਲਯੁਗ ਚ ਫਿਰ ਮਹਾਰਾਜ ਹੀ ਭਲਾ ਕਰ ਸਕਦਾ। ਹੂੰ। ਦੁਨੀਆ ਦੇ ਬੰਦਾ ਫਿਰ ਮੁਸ਼ਕਲ ਹੋ ਜਾਂਦਾ। ਤੇ ਸਾਡੇ ਵਰਗੇ ਲੱਗੇ ਹੋਏ ਸਾਰੇ ਕੰਮ ਕਰਨ ਨੂੰ, ਬਹੁਤ ਸਾਰੇ ਲੋਕਾਂ ਸੁਧਾਰ ਵੀ ਆਇਆ। ਹਾਂ। ਔਰ ਮੇਰੇ ਗੀਤਾਂ ਕਰਕੇ ਤੇ ਸਰਕਾਰ ਨੂੰ ਕਮਿਸ਼ਨ ਬਣਾਉਣਾ ਪੈ ਗਿਆ। ਬਿਲਕੁਲ। ਸੱਭਿਆਚਾਰ ਕਮਿਸ਼ਨ ਬਣਾਇਆ ਉਹਨਾਂ ਨੇ। ਤੇ ਉਸ ਤੋਂ ਇਲਾਵਾ ਟੀਵੀ ਚੈਨਲਾਂ ਨੇ ਵੀ ਅਨਾਉਂਸਮੈਂਟ ਕੀਤੀ ਕਿ ਅਸੀਂ ਲੱਚਰ ਗਾਇਕੀ ਬੰਦ ਕਰਾਂਗੇ, ਗਾਣੇ ਬੰਦ ਕਰਾਂਗੇ। ਤੇ ਬਹੁਤ ਵੱਡਾ ਮੈਂ ਆਪਣੇ ਆਪ ਨੂੰ ਸਮਝਦਾ ਵੀ ਸਾਡੇ ਰੌਲੇ ਰੱਪੇ ਨਾਲ ਇੰਨਾ ਫਰਕ ਪੈ ਗਿਆ। ਬਿਲਕੁਲ ਬਿਲਕੁਲ। ਜਿੱਥੇ ਕੋਸ਼ਿਸ਼ਾਂ ਨੂੰ ਉੱਥੇ ਹੀ ਫਲ ਮਿਲਦਾ, ਜਿਹਦਾ ਕੋਸ਼ਿਸ਼ ਦਾ ਫਲ ਤਾਂ ਜ਼ਰੂਰ ਮਿਲਦਾ, ਜਿੱਥੇ ਮਿਹਨਤਾਂ ਦੀ ਰਹਿਮਤ ਵੀ ਉੱਥੇ ਹੁੰਦੀ ਹੈ। ਬਿਲਕੁਲ ਬਿਲਕੁਲ। ਬਹੁਤ ਅਸੀਂ ਕਰਦੇ ਰਹਿੰਦੇ ਕੋਸ਼ਿਸ਼, ਬਹੁਤ ਰੌਲਾ ਪਾਈਦਾ ਕਿ ਭਾਈ ਵੀ ਆਪਣੇ ਆਪ ਨਾਲ ਜੁੜੋ, ਆਪਣੇ ਪਰਿਵਾਰ ਨਾਲ ਜੁੜੋ, ਆਪਣੇ ਸੰਗੀਤ ਨਾਲ ਜੁੜੋ, ਆਪਣੀ ਮਾਂ ਬੋਲੀ ਨਾਲ ਜੁੜੋ, ਇਹ ਚੀਜ਼ਾਂ। ਤੇ ਇੱਕ ਅੱਜ ਦੀ ਗਾਇਕੀ ਦਾ ਵੱਡਾ ਮਸਲਾ ਇਹ ਆ ਵੀ ਅੱਜ ਕੱਲ ਜਿਹੜੇ ਗਾਇਕਾਂ ਤੇ ਵੀ ਪਰਚੇ ਹੋ ਰਹੇ ਨੇ। ਮੈਂ ਕਦੇ ਜ਼ਿੰਦਗੀ 'ਚ ਪਹਿਲਾਂ ਅਸੀਂ ਸੁਣਦੇ ਰਹੇ ਹਾਂ ਤਾਂ ਕਦੇ ਇਹ ਨਹੀਂ ਸੁਣਿਆ ਸੀ ਵੀ ਗਾਇਕਾਂ ਤੇ ਵੀ ਪਰਚੇ ਹੁੰਦੇ ਨੇ, ਤਾਂ ਹੁਣ ਗਾਇਕਾਂ ਤੇ ਵੀ ਪਰਚੇ ਹੋ ਰਹੇ ਨੇ। ਤੇ ਇਸ ਤੋਂ ਕੀ ਨੌਜਵਾਨੀ ਜਿਹੜੀ ਸੇਧ ਲਊਗੀ? ਤੁਸੀਂ ਇਹਦੇ ਬਾਰੇ ਵੀ ਕੁਝ ਆਪਦਾ ਖੁੱਲ੍ਹ ਕੇ ਦੱਸੋ ਵੀ ਅੱਜ ਕੱਲ ਜਿਹੜੇ ਮੁੰਡੇ ਨੇ, ਸਿੱਧੂ ਮੂਸੇਵਾਲਾ ਹੋਏ, ਤਾਂ ਉਹ ਉਹਨਾਂ ਦੇ ਪਰਚੇ ਹੋ ਰਹੇ ਨੇ ਉਹਨਾਂ ਦੀ ਗਾਇਕੀ ਤੇ, ਤਾਂ ਕੀ ਉਹ ਗਾਇਕੀ ਸਮਾਜ ਨੂੰ ਕੋਈ ਸੇਧ ਦੇਣ ਵਾਲੀ ਗਾਇਕੀ ਹੈ ਜਾਂ ਬਸ ਉਹ ਸਿਰਫ ਜਿਹੜੇ ਲੋਕਾਂ ਨੂੰ ਖਤਮ ਕਰਨ ਦੇ ਵੱਲ ਤੁਲੇ ਹੋਏ ਨੇ ਜਿਹੜੇ? ਕਿਉਂਕਿ ਸਾਡਾ ਸਮਾਜ ਤਾਂ ਪਹਿਲਾਂ ਹੀ ਬਹੁਤ ਸਾਰੇ ਜਿਹੜੇ ਇਹ ਗਾਇਕੀ ਹੈ ਨਾ, ਇੱਕ ਜਿਵੇਂ ਪੰਜਾਬ 'ਚ ਨਸ਼ਾ ਨਹੀਂ ਚੱਲਦਾ। ਹਾਂਜੀ। ਨਸ਼ੇ ਦਾ 6ਵਾਂ ਦਰਿਆ ਚੱਲ ਪਿਆ। ਠੀਕ ਹੈ। ਇੱਕ ਅੱਤਵਾਦ ਦਾ 7ਵਾਂ ਦਰਿਆ ਹੈ। ਠੀਕ ਹੈ। ਇਹਨੂੰ ਅੱਤਵਾਦੀ ਕਹਿ ਸਕਦੇ, ਅੱਤਵਾਦੀ ਗਾਇਕੀ ਹੈ ਜਿਹਦੇ ਨਾਲ ਪਰਿਵਾਰਾਂ ਦਾ ਘਾਣ ਹੋ ਰਿਹਾ, ਬੱਚੇ ਸਾਡੇ ਵਿਗੜ ਰਹੇ ਆ। ਠੀਕ ਹੈ। ਸਰਕਾਰਾਂ ਇਹਦੇ ਬਾਰੇ ਕੁਝ ਸੋਚ ਨਹੀਂ ਰਹੀਆਂ ਜੀ, ਕੁਝ ਨਹੀਂ ਕਰਦੀਆਂ। ਕੋਈ ਜਿਵੇਂ ਕਿਸੇ ਦਾ ਕੋਈ ਦਿਲ ਕਰਦਾ ਉਹੀ ਉਹ ਦਿਖਾ ਦਿੰਦੇ ਆ, ਉਹੀ ਨਸ਼ਾ ਵੇਚੀ ਜਾਂਦੇ ਆ, ਵਿੱਚ ਵੀਡੀਓ ਵਿੱਚ ਨਸ਼ੇ ਵਿਖਾਈ ਜਾਂਦੇ ਆ, ਧੀਆਂ ਭੈਣਾਂ ਨੂੰ ਮਾੜਾ ਬੋਲਦੇ ਆ, ਗੰਦੇ ਸ਼ਬਦ ਵਰਤਦੇ ਆ, ਨਸ਼ੇ, ਬੰਦੂਕਾਂ, ਰਫਲਾਂ ਆਮ ਗਾਣੇ 'ਚ ਦਿਖਾਉਂਦੇ ਆ। ਤੇ ਇਹਦੇ 'ਚ ਨਾਕਾਮੀ ਜਿਹੜੀ ਹੈ ਉਹ ਪਬਲਿਕ ਦੀ ਸਭ ਤੋਂ ਪਹਿਲੀ। ਠੀਕ ਹੈ। ਮੈਂ ਮੰਨਦਾ, ਮਾਂ ਵੀ ਚਾਹੂੰਗਾ ਜੇ ਮੇਰੇ ਪਬਲਿਕ ਕਿਸੇ ਨੂੰ ਦੁੱਖ ਲੱਗੇ ਗੱਲ ਦਾ, ਬਟ ਇਹ ਨਾਕਾਮੀ ਆਪਣੀ ਪਬਲਿਕ ਦੀ, ਮੇਰੀ ਆਪਦੀ ਹੈ ਜਾਂ ਆਪਣੇ ਪਰਿਵਾਰਾਂ ਦੀ ਹੈ। ਠੀਕ ਹੈ। ਜਿਹਦੇ ਕਰਕੇ ਇਹ ਲੋਕ ਚੰਬ ਲਗੇ। ਠੀਕ ਹੈ। ਦੂਜੇ ਨੰਬਰ ਤੇ ਆ ਗਈ ਗੱਲ ਸਰਕਾਰ ਕੁਛ ਨਹੀਂ ਕਰਦੀ। ਸਰਕਾਰਾਂ ਨੇ ਤੁਹਾਨੂੰ ਪਤਾ ਵੀ ਆਪਣੇ ਕਿਸੇ ਨੂੰ ਰੁਜ਼ਗਾਰ ਕੀ ਦੇਣਾ, ਸਾਰੇ ਕੰਮ ਤੋਂ ਨਾਕਾਮੀਆਂ ਸਰਕਾਰਾਂ ਹੈਗੀਆਂ ਇਸ ਟਾਈਮ। ਮੈਂ ਤਾਂ ਸਰੇਆਮ ਕਹਿਣਾ ਹੁੰਦਾ, ਮੈਂ ਵੀਡੀਓ 'ਚ ਵੀ ਕਹਿ ਰਿਹਾ ਵੀ ਉਹ ਨਾਕਾਮ ਹੈਗੀ ਇਸ ਕੰਮ ਨੂੰ, ਲੱਚਰਤਾ ਨੂੰ ਰੋਕਣ 'ਚ ਬਿਲਕੁਲ ਨਾਕਾਮ ਹੈਗੀ ਸਰਕਾਰ ਹੈਗੀ ਹੈ, ਲੋਕ ਵੀ ਨਾਕਾਮ ਹੈਗੇ। ਠੀਕ ਹੈ। ਤੇ ਚੰਗੇ ਗਾਇਕਾਂ ਨੂੰ ਪ੍ਰਮੋਟ ਕਰਨ 'ਚ ਵੀ ਸਰਕਾਰ ਨਾਕਾਮ ਹੈ। ਤੇ ਜੇ ਉਹ ਚਾਹਵੇ, ਇੱਥੇ ਬੜੇ ਫਨਕਾਰ ਬਿਮਾਰੀ ਨਾਲ ਮਰ ਗਏ, ਸਰਕਾਰਾਂ ਦਾ ਕੋਈ ਫਰਜ਼ ਨਹੀਂ ਬਣਦਾ ਉਹਨਾਂ ਨੂੰ ਸੰਭਾਲਣਾ। ਹੁਣ ਲੋਕਡਾਊਨ ਹੈਗਾ, ਹੁਣ ਤੁਸੀਂ ਹਿਸਾਬ ਲਾਓ ਵੀ ਸਾਰਾ ਪੰਜਾਬ ਵਿਹਲਾ ਬੈਠਾ, ਕਲਾਕਾਰ ਬੈਠੇ ਆ, ਸਜੰਦੇ ਵਿਹਲੇ ਬੈਠੇ ਆ, ਵੀਡੀਓ ਡਾਇਰੈਕਟਰ ਵਿਹਲੇ ਬੈਠੇ ਆ, ਸਾਊਂਡ ਵਾਲੇ ਵਿਹਲੇ ਬੈਠੇ ਆ, ਐਂਕਰ ਵਿਹਲੇ ਬੈਠੇ ਆ। ਤੇ ਇਹ ਜਿਹੜਾ ਹੁਣ ਲੋਕਡਾਊਨ ਲੋਕਾਂ ਵਾਸਤੇ ਖੁੱਲ ਜੂਗਾ, ਪਰ ਜਿਹੜਾ ਕਲਾਕਾਰਾਂ ਵਾਸਤੇ ਲੋਕਡਾਊਨ ਸਾਲ ਤੋਂ ਪਹਿਲਾਂ ਨਹੀਂ ਖੁੱਲ ਸਕਦਾ, ਕਿਉਂਕਿ ਇਕੱਠ ਕਰਨਾ ਅਲਾਉਡ ਹੀ ਨਹੀਂ ਹੈਗਾ। ਇਕੱਠ ਕਰਾਂਗੇ ਤੇ ਸਾਡਾ ਕੰਮ ਜਿਹੜਾ ਉਹ ਇਕੱਠ ਨਾਲ ਚੱਲਣਾ, ਗਾਉਣ ਵਾਲਾ ਦਾ ਕੰਮ ਇਕੱਠ ਨਾਲ ਚੱਲਦਾ। ਤੇ ਜੇ ਇਕੱਠ ਨਾ ਹੋਊਗਾ ਤੇ ਫਿਰ ਗਾਉਣਾ ਮੁਸ਼ਕਲ ਹੈ। ਤੇ ਇਸ ਕਰਕੇ ਇਹ ਸਰਕਾਰ ਦੀ ਨਾਕਾਮੀ ਹੈ ਕਿ ਉਹ ਬੰਦੇ ਨੂੰ ਜਾਂ ਤਾਂ ਕੋਈ ਰੁਜ਼ਗਾਰ ਦੇਵੇ ਜਾਂ ਕੋਈ ਉਹਨਾਂ ਨੂੰ ਆਪਣੀ ਵਿੱਤੀ ਮਦਦ ਦੇਵੇ, ਪੈਸੇ ਦੀ ਮਦਦ ਕਰੇ, ਰਾਸ਼ਨ ਦੀ ਮਦਦ ਕਰੇ, ਕਿਸੇ ਤਰੀਕੇ ਨਾਲ ਕਰ ਸਕੇ। ਇਹ ਕਰਨਾ ਚਾਹੀਦਾ, ਕਿਉਂਕਿ ਲੋਕ ਜਿਹੜੇ ਕਲਾਕਾਰ ਹੁੰਦੇ ਆ ਅੱਧੇ ਰਾਜਨੀਤੀ ਹੁੰਦੇ ਆ। ਠੀਕ ਹੈ। ਜਿਵੇਂ ਕਿ ਲੀਡਰ ਹੁੰਦਾ ਨਾ, ਲੀਡਰ ਅੱਧਾ ਕਲਾਕਾਰ ਹੁੰਦਾ ਤੇ ਅੱਧਾ ਲੀਡਰ ਹੁੰਦਾ। ਠੀਕ ਹੈ। ਉਵੇਂ ਕਲਾਕਾਰ ਦਾ ਲੀਡਰ ਹੁੰਦਾ, ਅੱਧਾ ਕਲਾਕਾਰ ਹੁੰਦਾ। ਕਿਉਂਕਿ ਪਬਲਿਕ ਨਾਲ ਦੋਵਾਂ ਦਾ ਰਿਲੇਸ਼ਨ ਹੈ, ਦੋਵਾਂ ਨੂੰ ਪਬਲਿਕ ਬਣਾਉਂਦੀ ਹੈ, ਦੋਵਾਂ ਨੂੰ ਫੋਲੋ ਵੀ ਪਬਲਿਕ ਹੀ ਕਰਦੀ ਹੈ। ਹਾਂ, ਤੇ ਦੋਵਾਂ ਦੇ ਮਗਰ ਪਬਲਿਕ ਲੱਗਦੀ ਹੈ, ਦੋਵੇਂ ਪਬਲਿਕ ਹੀ ਬਣਾਉਂਦੀ ਉਹਨਾਂ ਨੂੰ। ਤੇ ਇਸ ਕਰਕੇ ਪਬਲਿਕ ਦਾ ਕੇਅਰ ਲੀਡਰ ਨੂੰ ਵੀ ਕਰਨਾ ਚਾਹੀਦਾ ਤੇ ਕਲਾਕਾਰ ਨੂੰ ਵੀ ਕਰਨਾ ਚਾਹੀਦਾ, ਕਿਉਂਕਿ ਤੁਸੀਂ ਲੋਕਾਂ ਦੇ ਬਣਾਏ ਆ, ਅਸੀਂ ਆਪਦੇ ਆਪ ਤੋਂ ਬਣੇ ਨਹੀਂ। ਹੁਣ ਮੇਰੇ ਤੇ ਜੋ ਕਰਮ ਨਵਾਜੀ ਹੈਗੀ ਉਹ ਸਾਰੇ ਪਬਲਿਕ ਦੀ ਹੈ। ਠੀਕ ਹੈ। ਤੇ ਮੇਰਾ ਇੱਕ ਸਵਾਲ ਇਹ ਵੀ ਆ ਵੀ ਹੁਣ ਤੱਕ ਤੁਸੀਂ ਆਪਣੀ ਗਾਇਕੀ ਦੇ ਵਿੱਚੋਂ ਜਿੰਨੇ ਸਨਮਾਨ ਪ੍ਰਾਪਤ ਕੀਤੇ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸਨਮਾਨ ਜੇ ਆਪਾਂ ਤੁਹਾਡੀ ਗਾਇਕੀ ਦਾ ਕਰੀਏ ਤਾਂ ਤੁਹਾਨੂੰ ਕਿਹੜਾ ਲੱਗਦਾ? ਸਭ ਤੋਂ ਵੱਡਾ ਸਨਮਾਨ ਜਿਹੜਾ ਮੈਨੂੰ ਲੱਗਦਾ, ਜਦੋਂ ਮੈਂ ਸਟੇਜ ਤੇ ਖੜਾ ਹੁੰਦਾ, ਲੋਕ ਮੇਰੇ ਗਲ 'ਚ ਹਾਰ ਪਾਉਂਦੇ ਆ। ਠੀਕ ਹੈ। ਲੋਕ ਮੈਨੂੰ ਘਰੇ ਲੈ ਕੇ ਜਾਂਦੇ ਆ ਕਿ ਬਾਬਾ ਜੀ, ਕੋਈ ਬਾਬਾ ਜੀ ਕਹਿੰਦਾ, ਕੋਈ ਉਸਤਾਦ ਜੀ ਕਹਿੰਦਾ, ਕੋਈ ਬਾਈ ਜੀ ਕਹਿੰਦਾ, ਵੱਡੇ ਸ਼ਬਦਾਂ ਨਾਲ ਮੈਨੂੰ ਜਿਹੜੇ ਅਲੰਕਾਰ ਲਾ ਕੇ ਜਿਹੜੇ ਲੋਕ ਉਚਾਰਨ ਕਰਦੇ ਆ ਕਿ ਸਾਡੇ ਘਰੇ ਤੁਸੀਂ ਚਾਹ ਪੀ ਕੇ ਜਾਓ। ਤੇ ਮੇਰਾ ਵੀ ਇੱਕ ਉਦੋਂ ਇਸ ਵੇਲੇ ਹੁੰਦਾ ਕਿ ਭਾਵੇਂ ਮੈਂ ਇੱਕ ਪਿੰਡ ਜਾਣਾ, ਕਿਤੇ ਖਾੜਾ ਲਾਇਆ, ਮੇਲਾ ਲਾਇਆ, ਕਿਤੇ ਵੀ ਲਾਇਆ, ਤੇ ਜੇ ਮੈਨੂੰ ਕੋਈ 10 ਘਰ ਵੀ ਕਹਿ ਦਿੰਦਾ ਚਾਹ ਪੀ ਕੇ ਜਾਓ, ਤੇ ਮੈਂ 10 ਘਰੋਂ ਚਾਹ ਪੀ ਕੇ ਆਵਾਂ, ਬੇਸ਼ੱਕ ਮੇਰੇ ਤੇਜ਼ਾਬ ਬਣ ਜਾਏ। ਠੀਕ ਹੈ। ਇਹ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਹੈ। ਠੀਕ ਹੈ। ਇਸ ਤੋਂ ਇਲਾਵਾ ਮੈਨੂੰ ਅਵਾਰਡ ਤਾਂ ਬਹੁਤ ਮਿਲੇ। ਬਿਲਕੁਲ। ਤੇ ਸਟੇਟ ਦੇ ਅਵਾਰਡ ਹੋ ਗਏ, ਗੋਲਡ ਮੈਡਲ ਮਿਲ ਗਏ,
ਔਰ ਯਮਲਾ ਜੱਟ ਜਾਗਰੀ ਅਵਾਰਡ ਹੋ ਗਿਆ, ਮੈਨੂੰ ਯਾਦ ਨਹੀਂ ਹੈਗਾ, ਸੰਗੀਤ ਰਤਨ ਅਵਾਰਡ ਹੋ ਗਿਆ, ਬਹੁਤ ਸਾਰੇ ਅਵਾਰਡ, ਲਿਸਟ ਬਹੁਤ ਵੱਡੀ ਲੰਮੀ ਹੈ ਅਵਾਰਡਾਂ ਦੀ। ਤੇ ਪਦਮ ਸ਼੍ਰੀ ਅਵਾਰਡ ਜਿਹੜਾ ਹੈਗਾ ਉਹਦੇ ਲਈ ਮੈਂ ਨੋਮੀਨੇਟ ਹੋਇਆ ਇਸ ਪਿਛਲੇ ਸਾਲ। ਠੀਕ ਹੈ। ਤੇ ਸਰਕਾਰਾਂ ਨੇ ਬਹੁਤ ਮਦਦ ਕੀਤੀ, ਸਾਰੇ MP ਸਾਹਿਬਾਨਾਂ ਵੱਲੋਂ, MLAs ਵੱਲੋਂ, ਬਹੁਤ ਵੱਲੋਂ ਬੜਾ ਮੈਨੂੰ ਨੋਮੀਨੇਟ ਕੀਤਾ ਗਿਆ। ਠੀਕ ਹੈ। ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਮੈਨੂੰ ਤੁਸੀਂ ਦੁਨੀਆ ਦਾ ਜਿਹੜਾ ਪੰਜਾਬ ਦਾ ਜਾਂ ਇੰਡੀਆ ਦਾ ਸਭ ਤੋਂ ਉੱਚਾ ਸਨਮਾਨ ਹੈ ਪਦਮ ਸ਼੍ਰੀ, ਉਹਦੇ ਲਈ ਮੈਨੂੰ ਨੋਮੀਨੇਟ ਕੀਤਾ ਤੇ ਮੈਂ ਸਭ ਦਾ ਧੰਨਵਾਦੀ ਵੀ ਹਾਂ। ਤਾਂ ਬਹੁਤ ਵੱਡੇ ਅਵਾਰਡ ਮਿਲੇ ਆ, ਬਟ ਮੈਨੂੰ ਸਭ ਤੋਂ ਵੱਡਾ ਅਵਾਰਡ ਇਹੀ ਹੈ ਜਿਹੜੇ ਲੋਕ ਮੈਨੂੰ ਸਤਿਕਾਰ ਦਿੰਦੇ ਆ। ਔਰ ਲੋਕ ਮੇਰੇ ਅਖਬਾਰਾਂ ਮੇਰੇ ਲਈ ਬਹੁਤ ਵੱਡਾ ਲਿਖਦੀਆਂ ਜੀ, ਐਂਕਰ ਮੇਰੇ ਲਈ ਬਹੁਤ ਵੱਡਾ ਕੁਝ ਲਿਖਦੇ ਆ ਜੀ। ਮਤਲਬ ਇਹ ਅਵਾਰਡ ਆ ਜਿਹੜਾ ਸੱਚੀ ਮੁੱਚੀ ਲੋਕ ਕਰਨ, ਕੋਈ ਦਿਖਾਵਾ ਨਹੀਂ, ਨਾ ਮੈਨੂੰ ਕਿਸੇ ਬੋਡੀਗਾਰਡ ਦੀ ਲੋੜ ਹੈ, ਨਾ ਮੈਨੂੰ ਕੋਈ ਵੱਡੀਆਂ ਗੱਡੀਆਂ ਦੀ ਲੋੜ ਹੈ। ਮੈਂ ਹਮੇਸ਼ਾ ਲੋਕਾਂ ਦਾ ਗਾਇਕ ਆ, ਤਾਂ ਲੋਕਾਂ ਨੇ ਬਣਾਇਆ ਤੇ ਲੋਕਾਂ 'ਚ ਹੀ ਰਹਿਣਾ। ਠੀਕ ਹੈ। ਲੋਕ ਗਾਇਕ ਦਾ ਅਰਥ ਹੀ ਹੈ, ਲੋਕ ਗਾਇਕ ਦਾ ਅਰਥ, ਮੈਂ ਲੋਕ ਗਾਇਕ ਦੇ ਅਰਥਾਂ ਦੇ ਉੱਪਰ ਉਤਰਨ ਦੀ ਕੋਸ਼ਿਸ਼ ਕਰਦਾ ਤੇ ਮੈਂ ਤਾਂ ਮਤਲਬ ਲੋਕਾਂ ਦੀ ਸੇਵਾਦਾਰ ਹਾਂ ਜੀ। ਮਤਲਬ ਮੈਂ ਪੁੱਛਣਾ ਚਾਹੁੰਦਾ ਵੀ ਹਰੇਕ ਗਾਇਕ ਨੂੰ ਜਦੋਂ ਉਹ ਆਪਣੀ ਮੁਕਾਮ ਤੇ ਪਹੁੰਚਣ ਲਈ ਜਾਂ ਮੰਜ਼ਿਲ ਤੇ ਪਹੁੰਚਣ ਲਈ ਕਿੰਨੇ ਹੀ ਲੋਕਾਂ ਦਾ ਸਹਿਯੋਗ ਉਹਦੇ ਨਾਲ ਜੁੜਿਆ ਹੁੰਦਾ, ਤਾਂ ਤੁਹਾਡੀ ਜ਼ਿੰਦਗੀ 'ਚ ਵੀ ਕੁਝ ਇਹੋ ਜਿਹੇ ਖਾਸ ਨਾਮਚੀਨ ਦੋਸਤ ਹੋਣਗੇ, ਦੋਸਤ ਮਿੱਤਰ ਜਿਨ੍ਹਾਂ ਨੇ ਥੋੜਾ ਔਖੇ ਟਾਈਮ ਦੇ ਵਿੱਚ ਜਾਂ ਹੁਣ ਤੱਕ ਵੀ ਤੁਹਾਡੇ ਸੱਜੀ ਖੱਬੀ ਬਾਂਹ ਬਣ ਕੇ ਖੜੇ ਉਹਨਾਂ ਦੇ? ਹਰ ਬੰਦੇ ਦੇ ਪਿੱਛੇ ਬਹੁਤ ਟੀਮ ਹੁੰਦੀ ਹੈ, ਹਰ ਬੰਦੇ ਦੇ ਪਿੱਛੇ ਬਹੁਤ ਸਾਰੀਆਂ ਹਸਤੀਆਂ ਦਾ ਹੱਥ ਹੁੰਦਾ ਹੈ। ਸਭ ਤੋਂ ਵੱਡਾ ਜਿਹੜਾ ਮੇਰੇ ਮਗਰ ਹੱਥ ਹੈਗਾ ਸਤਿਗੁਰੂ ਦਾਤਾ ਮੁਕੀਮ ਸ਼ਾਹ ਜੀ ਘੁਗਿਆਣੇ ਵਾਲੇ, ਉਹਨਾਂ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਮੇਰੇ ਸਿਰ ਤੇ, ਹਮੇਸ਼ਾ ਮੇਰੇ ਨਾਲ ਖੜਦੇ ਆ, ਮੇਰੇ ਨਾਲ ਚੱਲੇ ਨਹੀਂ ਕਰਦਾ ਰਿਵਾਲ। ਠੀਕ ਹੈ। ਉਹ ਆਪ ਹੀ ਚੱਲਦਾ ਤੇ ਆਪ ਹੀ ਕਰਾਉਂਦਾ। ਠੀਕ ਹੈ। ਤੇ ਦੂਸਰਾ ਮੇਰੇ ਪਰਿਵਾਰ ਦਾ ਮੇਰੇ ਬਹੁਤ ਹੱਥ, ਮੇਰੇ ਮਾਂ ਬਾਪ ਦਾ ਮੈਨੂੰ ਬਹੁਤ ਸਪੋਰਟ ਮਿਲੀ ਹੈ, ਮੇਰੀ ਮਿਸੇਜ ਭਿੰਦਰਜੀਤ ਕੌਰ ਉਹਦਾ ਬਹੁਤ ਹੱਥ ਹੈ। ਇਸ ਤੋਂ ਇਲਾਵਾ ਜੇ ਪਬਲਿਕ ਦੇ ਲੋਕਾਂ ਦੀ ਗੱਲ ਕਰੀਏ ਤੇ ਪਦਮ ਸ਼੍ਰੀ ਹੰਸਰਾਜ ਹੰਸ ਜੀ, ਉਹਨਾਂ ਦਾ ਬਹੁਤ ਵੱਡਾ ਆਸ਼ੀਰਵਾਦ ਹੈ। ਮੇਰੇ ਗੁਰੂ ਜੀ ਪ੍ਰੋਫੈਸਰ ਰਜੇਸ਼ ਮੋਹਨ ਜੀ, ਸਾਡੇ ਗੁਰੂ ਜੀ ਮੈਡਮ ਫੁਲਜੀਤ ਕੌਰ ਜੀ, ਮੈਡਮ ਅਰੁਣਾ ਦੇਵ ਜੀ, ਔਰ ਇਸ ਤੋਂ ਇਲਾਵਾ ਪ੍ਰਾਚੀਨ ਕਲਾ ਕੇਂਦਰ ਤੋਂ ML ਕੌਸਰ ਸਾਹਿਬ ਅਤੇ ਕੌਸਰ ਰਜਿਸਟਰ ਮੈਡਮ ਸਾਡੇ ਹੈਗੇ ਆ, ਉਹ ਸ਼ੋਭਾ ਜੀ, ਉਹ ਵੀ ਸਤਿਕਾਰਤ ਨੇ ਸਾਡੇ ਲਈ, ਉਹਨਾਂ ਦਾ ਬਹੁਤ ਯੋਗਦਾਨ ਹੈਗਾ। ਇਸ ਤੋਂ ਇਲਾਵਾ ਸਰਦਾਰ ਸ਼ੇਰ ਸਿੰਘ ਘੁਬਾਇਆ ਸਾਹਿਬ MP ਸਾਹਿਬ ਜੀ, ਨਵਜੋਤ ਸਿੰਘ ਸਿੱਧੂ ਸਾਹਿਬ ਜੀ ਜਿਹੜੇ ਮੰਤਰੀ ਹੁਣ ਸਰਕਾਰਾਂ ਦੇ ਵਿੱਚ। ਇਸ ਤੋਂ ਇਲਾਵਾ ਸੰਨੀ ਦਿਓਲ ਮੇਰੇ ਨਾਲ ਬਹੁਤ ਪਿਆਰ ਹੈ। ਹੋਰ ਬੜੀਆਂ ਰੂਹਾਂ ਹੈਗੀਆਂ, ਜੋਗਰਾਜ ਜੀ ਸਾਡੇ ਫਿਲਮਾਂ ਦੇ ਅਦਾਕਾਰ ਨੇ, ਥੰਮ ਨੇ, ਜਿਹਨਾਂ ਨੂੰ ਮੈਂ ਛੋਟਾ ਹੁੰਦਾ ਵੇਖਦਾ ਰਹਿੰਦਾ ਸੀ, ਉਹਨਾਂ ਨੇ ਮੇਰੇ ਲਈ ਬਹੁਤ ਕੀਤਾ, ਮੇਰੇ ਲਈ ਸਪੋਰਟ ਕੀਤੀ, ਹੁਣ ਵੀ ਸਪੋਰਟ ਕਰਦੇ ਆ ਜੀ। ਤੇ ਹੋਰ ਡਾਕਟਰ ਨਰੇਸ਼ ਪੂਥੀ ਸਾਹਿਬ ਮੇਰੇ ਬਹੁਤ ਅੱਛੇ ਦੋਸਤ ਨੇ ਵੀ, ਮੇਰੇ ਗੁਰੂ ਲੋਕ ਨੇ, ਸਭ ਇਹਨਾਂ ਨੇ ਦਿੱਤਾ। ਸਰਦਾਰ ਸੁਖਚੈਨ ਸਿੰਘ ਸੰਧੂ ਸਾਹਿਬ, ਉਹਨਾਂ ਦਾ ਮੇਰੇ ਨਾਲ ਬਹੁਤ ਸਪੋਰਟ ਹੈਗੀ। ਮਤਲਬ ਜ਼ਿਕਰ ਕਰੀਏ ਤਾਂ ਬਹੁਤ ਵੱਡੀ ਲਿਸਟ ਲੰਮੀ ਹੈ, ਬਹੁਤ ਟੀਮ ਵੱਡੀ ਹੈ। ਪਰ ਮੈਂ ਆਪਣੇ ਤੁਹਾਡੇ ਮਾਧਿਅਮ ਰਾਹੀਂ, ਰੰਗ ਪੰਜਾਬੀ ਦੇ ਮਾਧਿਅਮ ਰਾਹੀਂ, JV ਮੋਸ਼ਨ ਪਿਕਚਰ ਦੇ ਮਾਧਿਅਮ ਰਾਹੀਂ, ਸਾਰੇ ਸੱਜਣਾ ਮਿੱਤਰਾਂ ਦਾ ਜਿਹਨਾਂ ਦਾ ਨਾਂ ਲੈਣਾ ਭੁੱਲ ਗਿਆ, ਗੁਸਤਾਖੀ ਮਾਫ ਕਰਿਓ, ਕਿਉਂਕਿ ਨਾਂ ਵੱਡਾ ਤੇ ਤੁਸੀਂ ਸਾਰਿਆਂ ਨੂੰ ਪਤਾ ਮੈਂ ਤੁਹਾਡੇ ਦਿਲ 'ਚ ਵਸਦਾ, ਤੁਸੀਂ ਮੇਰੇ ਦਿਲ 'ਚ ਵਸਦੇ, ਮੈਂ ਤੁਹਾਡਾ ਸਾਰਿਆਂ ਦਾ ਜ਼ਿਕਰ ਬਹੁਤ ਬਹੁਤ ਧੰਨਵਾਦ ਕਰਦਾ। ਤੇ ਇੱਕ ਬੜੀ ਵਧੀਆ ਜਦੋਂ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ, ਸੰਗੀਤ ਬਾਰੇ ਜਾਣਕਾਰੀ ਦਿੰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਗਾਇਕੀ ਨੂੰ ਲੈ ਕੇ ਰੁਝਾਨ ਹੈ? ਕਿਉਂਕਿ ਅੱਜ ਦੇ ਜਿਹੜੀ ਅਵੇਅਰਨੈਸ ਦੀ ਲੋੜ ਹੁੰਦੀ ਜੀ, ਸਿਰਫ ਅਵੇਅਰਨੈਸ। ਮੈਂ ਜਿਹੜੇ ਮੈਨੂੰ 22 ਸਾਲ ਲਗਭਗ ਹੋ ਗਏ, ਮੈਂ ਐਜ ਅ ਟੀਚਰ ਸਕੂਲਾਂ 'ਚ ਪੜ੍ਹਾਇਆ, ਬਹੁਤ ਵੱਡੇ ਸਕੂਲਾਂ 'ਚ, ਡੇ ਬੋਰਡਿੰਗ ਸਕੂਲ, ਇੰਗਲਿਸ਼ ਮੀਡੀਅਮ ਸਕੂਲ, ਇੰਟਰਨੈਸ਼ਨਲ ਸਕੂਲ ਜੀ, ਸਾਰਿਆਂ 'ਚ ਪੜ੍ਹਾਇਆ ਵੀ ਰਿਹਾ, ਐਜ ਅ ਪ੍ਰੋਫੈਸਰ ਜੋਬ ਕੀਤੀ, ਮੈਂ ਸਭ ਕੁਝ ਕੀਤਾ, ਮੈਂ ਸਾਰਿਆਂ ਨੂੰ ਪੜ੍ਹਾਇਆ। ਇਹ ਦੱਸਣ ਦੀ ਲੋੜ ਹੈ, ਮੰਨ ਕੇ ਚਲੋ ਵੀ ਜੇ ਦੱਸਾਂਗੇ ਕਿਸੇ ਨੂੰ ਭਈ ਆਹ ਸਾਡਾ ਪੰਜਾਬ ਦਾ ਕਲਚਰ ਹੈ, ਸਾਡਾ ਵਿਰਸਾ ਹੈ, ਇਹ ਸਾਡੇ ਲੋਕ ਸਾਜ ਹੈ, ਜੇ ਕਿਸੇ ਨੂੰ ਦੱਸਾਂਗੇ ਤਾਂ ਹੀ ਆ। ਜੇ ਹੁਣ TV ਤੇ ਚੱਲ ਹੀ ਗੰਦ ਪਾਉਣਾ ਰਿਹਾ ਤੇ ਜੋ ਉਹਨਾਂ ਨੂੰ ਅੱਗੇ ਉਹ ਥਾਲੀ ਜੋ ਹੋਊਗਾ ਬੱਚਿਆਂ ਨੂੰ ਵਿਚਾਰਿਆਂ ਨੂੰ ਉਹੀ ਦੇਖਣਾ। ਜੇ ਉਹਨੂੰ ਦੱਸਾਂਗੇ ਕੁਛ ਵੀ ਆਹ ਮਾੜਾ ਆ ਚੰਗਾ, ਅਸੀਂ ਦੱਸਦੇ ਹਾਂ, ਲੋਕਾਂ ਨੇ ਉਹਨੂੰ ਪਤਾ ਲੱਗੇ ਜੀ। ਬੱਚਿਆਂ ਨੂੰ ਸਾਰਿਆਂ ਨੂੰ ਮੇਰੇ ਕੋਲ ਪੜ੍ਹਦੇ ਆ, ਉਹ ਸਾਰੇ ਸੁਣਦੇ, ਠੀਕ ਹੈ, ਸਾਰਿਆਂ ਨੂੰ ਪਤਾ। ਤੂੰ ਵੀ ਦੱਸਦਾ ਵੀ ਤੂੰ ਵੀ ਕੀ ਹੈ, ਇੱਕ ਤਾਰ ਦੇ ਉੱਪਰ ਠੀਕ ਹੈ 7 ਸੁਰ ਕਿਵੇਂ ਪੈਦਾ ਹੁੰਦੇ ਆ, ਉਹ ਮੈਂ ਦੱਸਦਾ, ਲੋਕਾਂ ਨੂੰ ਪਤਾ ਲੱਗਦਾ। ਬਟ ਜੇ ਪਤਾ ਨਹੀਂ ਕਿਸੇ ਨੂੰ ਤੂੰ ਵੀ ਕੀ ਹੁੰਦੀ ਹੈ, ਜਾਂ ਅਲਗੋਜ਼ੇ ਕੀ ਹੈ, ਢੋਲ ਕੀ ਹੈ, ਇਹ ਸਾਰੇ ਸਾਜ਼ਾਂ ਬਾਰੇ ਆਪਾਂ ਨੂੰ ਦੱਸਣਾ ਚਾਹੀਦਾ, ਸਾਡੇ ਸੱਭਿਆਚਾਰ ਬਾਰੇ ਦੱਸਣਾ ਚਾਹੀਦਾ, ਸਾਡੇ ਵਿਰਸੇ ਬਾਰੇ ਦੱਸਣਾ ਚਾਹੀਦਾ। ਦੱਸਣ ਨਾਲ ਹੀ ਸਭ ਕੁਝ ਹੁੰਦਾ। ਠੀਕ ਹੈ। ਜੇ ਹੁਣ ਚਾਲੀ ਜੋ ਦੱਸਾਂਗੇ ਉਹੀ ਹੋਣਾ। ਜੇ ਬੱਚਿਆਂ ਦੇ ਹੱਥ 'ਚ ਮੋਬਾਈਲ ਫੜਾ ਦੇ, ਟਿਕਟੌਕ ਇੱਧਰ ਉੱਧਰ ਮੱਥਾ ਮਾਰੀ ਜਾਂਦੇ, ਉਹ ਦਿਮਾਗ ਖਰਾਬ ਕਰਦਾ, ਕੰਸੈਂਟਰੇਸ਼ਨ ਖਤਮ ਹੋ ਜਾਂਦੀ ਹੈ, ਇਕਾਗਰਤਾ ਖਤਮ ਹੈ, ਬੱਚੇ ਕਰਾਹੇ ਪੈ ਗਏ ਇਸ ਕੰਮ ਵਿੱਚ, ਕਿਉਂਕਿ ਉਹਨਾਂ ਦਾ ਮਾਈਂਡ ਵੰਡਿਆ ਗਿਆ।
ਮਾਈਂਡ ਛੋਟਾ ਹੁੰਦਾ, ਬੰਦਾ ਜ਼ਿਆਦਾ ਫਸ ਜਾਂਦਾ, ਭੁੱਲ ਜਾਂਦਾ ਕੰਮ। ਤੁਸੀਂ ਵੀ ਆਪਣੀ ਫੈਮਿਲੀ ਦੇ ਵਿੱਚ ਅੱਗੇ ਆਪਣਾ ਸੰਗੀਤ ਆ ਜਿਹੜਾ ਬੱਚਿਆਂ ਨੂੰ ਸਿਖਾ ਰਹੇ ਹੋ ਆਪਦੇ, ਜਿਹੜੇ ਤੁਸੀਂ ਆਪਣੀ ਹੁਣ ਮਤਲਬ ਜਿਹੜੇ ਬੱਚੇ ਨੇ ਤੁਹਾਡੇ ਫਰਜ਼ੰਦ ਨੇ ਉਹਨਾਂ ਨੂੰ ਵੀ ਗਾਇਕੀ ਵੱਲ ਰਾਹ ਪਾ ਰਹੇ ਹੋ, ਉਹਦੇ ਬਾਰੇ ਥੋੜਾ ਜਾਣਕਾਰੀ ਹਾਂ, ਦਿਓ। ਮੈਂ ਉਹਨਾਂ ਨੂੰ ਪਹਿਲਾਂ ਤਾਂ ਇਹ ਕਿਹਾ ਵੀ ਤੁਸੀਂ ਪਹਿਲਾਂ ਪੜ੍ਹੋ। ਠੀਕ ਹੈ ਕੋਈ ਮਾਂ ਕਹਿੰਦੀ ਮੇਰਾ ਪੁੱਤ ਡੀਸੀ ਲੱਗ ਜੇ ਜੀ, ਕੋਈ ਮਾਂ ਕਹਿੰਦੀ ਮੇਰਾ ਪੁੱਤ ਐਸਐਸਪੀ ਬਣ ਜੇ ਜੀ, ਕੋਈ ਕਹਿੰਦੀ ਮੇਰਾ ਪੁੱਤ ਟੀਚਰ ਬਣ ਜੇ, ਕੋਈ ਵੱਡੇ ਵੱਡੇ ਫਨਕਾਰ ਬਣ ਜੇ, ਪਰ ਕੋਈ ਮਾਂ ਬਹੁਤ ਵਿਰਲੀ ਹੈ ਕਹਿੰਦੀ ਮੇਰਾ ਪੁੱਤ ਬੰਦਾ ਬਣ ਜੇ। ਠੀਕ ਹੈ, ਮੈਂ ਤਾਂ ਆਮ ਹੀ ਗੱਲ ਕਰਦਾ ਹੁੰਦਾ, ਪੁੱਤ ਸਭ ਤੋਂ ਪਹਿਲਾਂ ਬੰਦਾ ਬਣਨਾ ਜ਼ਰੂਰੀ ਹੈ। ਠੀਕ ਹੈ, ਡੀਸੀ ਤਾਂ ਬਾਅਦ ਚ ਆਪੇ ਬਣ ਜਾਂਦਾ, ਮਾਲਕ ਨੇ ਬਣਾ ਦੇਣਾ। ਬਿਲਕੁਲ ਪਹਿਲਾਂ ਬੰਦਾ ਬਣਨਾ ਚਾਹੀਦਾ ਹੈ, ਬੰਦਿਆਂ ਵਾਲੀ ਗੱਲ ਕਰਨੀ ਚਾਹੀਦੀ। ਰਹੇ ਜੋ ਬੰਦਗੀ ਸੇ ਦੂਰ वो बंदा नहीं होता, ठीक है, रहे जो बंदगी से दूर वो बंदा नहीं होता, ठीक है, करे जो बंदों से परहेज वो मौला भी नहीं होता। वाह वाह क्या बात है। ਤੇ ਪਹਿਲਾਂ ਬੰਦਾ ਬਣਨਾ ਚਾਹੀਦਾ ਹੈ, ਅੱਗੇ ਮਾਲਕ ਦੇ ਹੱਥ ਡੋਰਾਂ ਵੀ ਉਹਨੇ ਕੀ ਬਣਾਉਣਾ। ਪਹਿਲਾਂ ਹੀ ਮਿਥਿਆ ਹੁੰਦਾ, ਸਭ ਕੁਝ ਮਾਲਕ ਨੂੰ ਪਤਾ ਹੁੰਦਾ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ, ਮੈਂ ਕੋਸ਼ਿਸ਼ ਵੀ ਕਰਦਾ ਆਪਣੇ ਬੱਚਿਆਂ ਨੂੰ ਦੱਸਦਾ ਵੀ ਸੰਗੀਤ ਦੇ ਨਾਲ ਜੁੜੋ, ਕਿਉਂਕਿ ਸੰਗੀਤ ਸਾਡੇ ਉਹ ਆ ਮਤਲਬ ਰੋਜੀ ਰੋਟੀ ਹੈ। ਜੀ, ਸਵੇਰ 6 ਵਜੇ ਤੋਂ ਲੈ ਕੇ ਸ਼ਾਮ ਰਾਤ ਦੇ 9 ਵਜੇ ਤੱਕ ਸਾਡੇ ਘਰੇ ਸੰਗੀਤ ਹੀ ਚੱਲਦਾ। ਤੇ ਮੇਰੇ ਯਾਦ ਆ ਮੈਂ ਤੁਹਾਨੂੰ ਇੱਕ ਪ੍ਰੋਗਰਾਮ ਦੇ ਵਿੱਚ ਗੀਤ ਗਾਉਂਦਾ ਸੁਣਿਆ ਸੀ, ਉਹ ਤੂੰ ਬਾਹਰ ਆਉਂਦਾ ਵੇਖਿਆ ਮੈਂ ਜਮਲੇ ਯਾਰ ਬਿਨਾ। ਉਹ ਗੀਤ ਮੈਨੂੰ ਬਹੁਤ ਸੋਹਣਾ ਲੱਗਦਾ ਤੇ ਮੈਂ ਅੱਜ ਤੁਹਾਡੇ ਕੋਲੇ ਆਇਆ ਤਾਂ ਮੈਂ ਥੋੜਾ ਜਿਹਾ ਆਪਦਾ ਮਤਲਬ ਦੈਨੀ ਤੌਰ ਤੇ ਫਾਇਦਾ ਵੀ ਲੈਣਾ ਵੀ ਤੁਸੀਂ ਪਲੀਜ਼ ਮੇਰੇ ਕਹਿਣ ਤੇ ਗੀਤ ਗਾ ਦਿਓ। ਹਾਂ, ਸਾਡੇ ਘਰੇ ਉਸਤਾਦ ਜੀ ਦੇ ਹੱਥ ਦਾ ਤੁੰਬਾ ਬਣਿਆ, ਹਾਂ, ਉਹ ਰੱਖਿਆ ਹੋਇਆ, ਉਹਨੂੰ ਸਜਦਾ ਸਲਾਮ ਕਰੀਦਾ ਠੀਕ, ਤੇ ਉਹਨੂੰ ਵੇਖ ਕੇ ਉਹ ਮਿਲਦਾ ਵੀ ਦੁਨੀਆ 'ਚ ਚੰਗਾ ਕੰਮ ਕਰਨਾ। ਠੀਕ ਹੈ, ਤੇ ਉਹ ਕਿਧਰ ਮੈਨੂੰ ਐ ਲੱਗਿਆ ਵੀ ਯਾਰ ਤੁੰਬਾ ਰੋ ਰਿਹਾ, ਕੁਰਲਾ ਰਿਹਾ ਵੀ ਆਪਦੇ ਯਾਰ ਨੂੰ, ਆਪਣੇ ਮੁਰਸ਼ਿਦ ਨੂੰ, ਜਮਲਾ ਸਾਹਿਬ ਨੂੰ ਯਾਦ ਕਰਕੇ ਕਿ ਯਾਰ ਅੱਜ ਕੀ ਚੱਲੀ ਜਾਂਦਾ, ਕੀ ਸਿਸਟਮ ਹੈ ਜੀ। ਤੇ ਉਹ ਮੈਂ ਫਿਰ ਉਸ ਤਰ੍ਹਾਂ ਗਾਣਾ ਲਿਖਿਆ ਸੀ ਕਿ ਸੁੰਨਾ ਸੁੰਨਾ ਜਗ ਲੱਗਦਾ। ਠੀਕ ਹੈ, ਉਹ ਮਾੜਾ ਜਿਹਾ ਗਾ ਕੇ ਹਾਂ ਤਰਨਮ ਜੋ ਜੇ। ਹਾਂ, ਸੁੰਨਾ ਸੁੰਨਾ ਜਗ ਲੱਗਦਾ, ਸੁੰਨਾ ਸੁੰਨਾ ਜਗ ਲੱਗਦਾ, ਮੇਰੇ ਯਾਰ ਬਿਨਾ। ਹਾਏ ਇੱਕ ਦਿਨ ਤੂੰਬਾ ਰੋ ਪਿਆ ਆਪਣੇ ਯਾਰ ਬਿਨਾ, ਤੂੰਬਾ ਰੋਂਦਾ ਵੇਖਿਆ ਮੈਂ। ਤੂੰਬਾ ਕੀ ਕਹਿੰਦਾ ਬਿਨ ਅਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ, ਅੱਜ ਸ਼ੋਰ ਸ਼ਰਾਬਾ ਪੈ ਗਿਆ ਓਏ ਕੋਈ ਸੁਰ ਵਿੱਚ ਗਾਉਂਦੇ ਨਾ। ਬਿਨ ਅਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ, ਅੱਜ ਸ਼ੋਰ ਸ਼ਰਾਬਾ ਪੈ ਗਿਆ ਓਏ ਕੋਈ ਸੁਰ ਵਿੱਚ ਗਾਉਂਦੇ ਨਾ। ਸੁਰ ਤਾਲ ਸਮਝ ਨਹੀਂ ਆਉਂਦਾ, ਸੁਰ ਤਾਲ ਸਮਝ ਨਹੀਂ ਆਉਂਦਾ, ਗੁਰੂ ਦੀ ਮਾਰ ਬਿਨਾ। ਹਾਏ ਇੱਕ ਦਿਨ ਤੂੰਬਾ ਰੋ ਪਿਆ ਆਪਣੇ ਯਾਰ ਬਿਨਾ, ਤੂੰਬਾ ਰੋਂਦਾ ਵੇਖਿਆ ਮੈਂ। ਬਿਨ ਅਮਲੇ ਦੇ ਲੋਕ ਗੀਤ ਸਭ ਸੁਣਨੇ ਪੈ ਗਏ ਨੇ, ਪਰਦੇਸੋਂ ਆਏ ਵਪਾਰੀ ਉਹ ਸਾਨੂੰ ਲੁੱਟ ਕੇ ਲੈ ਗਏ ਨੇ। ਜਿੰਨਾ ਜਿਸਮ ਤਮਾਸ਼ਾ ਲਾਇਆ ਸੋਚ ਵਿਚਾਰ ਬਿਨਾ, ਹਰ ਇੱਕ ਦਿਨ ਤੂੰਬਾ ਰੋ ਪਿਆ ਆਪਣੇ ਯਾਰ ਬਿਨਾ, ਤੂੰਬਾ ਰੋਂਦਾ ਵੇਖਿਆ ਮੈਂ। ਉਹ ਤੂੰਬੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ, ਕਈਆਂ ਨੇ ਦਾਗੀ ਕਰਤਾ ਚਿੱਟੇ ਸ਼ਮਲੇ ਨੂੰ। ਤੂੰਬੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ, ਕਈਆਂ ਨੇ ਦਾਗੀ ਕਰਤਾ ਚਿੱਟੇ ਸ਼ਮਲੇ ਨੂੰ। ਪਰ ਭੋਲੇ ਅਮਲੇ ਨਾਮ ਕਮਾਇਆ, ਅਮਲੇ ਨਾਮ ਕਮਾਇਆ, ਕੋਠੀ ਕਾਰ ਬਿਨਾ। ਹਾਂ ਇੱਕ ਦਿਨ ਤੂੰਬਾ ਰੋ ਗਿਆ ਆਪਣੇ ਯਾਰ ਬਿਨਾ, ਤੂੰਬਾ ਰੋਂਦਾ ਵੇਖਿਆ ਮੈਂ। ਬਹੁਤ ਅੱਛਾ ਹੈ, ਵਾਹ ਕਮਾਲ, ਰੂਹ ਖੁਸ਼ ਹੋ ਗਈ ਕਿਉਂਕਿ ਇਹ ਗਾਣਾ ਵੈਸੇ ਹੀ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਬਹੁਤ ਪਸੰਦ ਆ। ਤੂੰਬਾ ਫਿਰ ਉਹੀ ਕਹਾਣੀ ਆ ਗਈ, ਕਲਚਰ ਦੀ ਗੱਲ ਆ, ਪੰਜਾਬ ਦੇ ਸੱਭਿਆਚਾਰ ਦੀ ਗੱਲ ਆ। ਵੈਸੇ ਵੀ ਕਲਚਰ ਦੇ ਵਿੱਚ ਜਿਹੜੇ ਤੁਹਾਡੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਗਾਣੇ ਨੇ ਉਹ ਹਮੇਸ਼ਾ ਹੀ ਲੋਕਾਂ ਦੇ ਵਿੱਚ ਪਸੰਦ ਕੀਤੇ ਜਾਂਦੇ ਨੇ, ਕਿਉਂਕਿ ਉਹ ਸਾਡੀ ਰੂਹ ਦੀ ਖੁਰਾਕ ਨੇ। ਅਸਲ 'ਚ ਗਾਇਕੀ ਇਹੀ ਹੈ। ਬਿਲਕੁਲ।
ਅੱਜ ਦੀ ਨੌਜਵਾਨੀ ਥੋੜੀ ਪਤਾ ਨਹੀਂ ਕਿਉਂ ਇਸ ਰਾਹ ਤੋਂ ਕਰਾਹੇ ਪੈ ਰਹੀ ਹੈ ਤੇ ਉਹਦੇ ਵੱਲ ਆਉਣ ਦੀ ਲੋੜ ਹੈ। ਪਰ ਜਿਹੜਾ ਅੱਜ ਦਾ ਸਮਾਂ, ਜਿਹੜਾ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਰੋਨਾ ਵਾਇਰਸ ਆ ਜਿਹੜਾ, ਉਹ ਪੂਰੀ ਦੁਨੀਆ ਦੇ ਵਿੱਚ ਉਹਨੇ ਗੇੜੇ ਪਾਇਆ ਹੋਇਆ, ਦੁਨੀਆ ਨੂੰ ਵੱਡੇ ਵੱਡੇ ਸਾਇੰਸਦਾਨ ਫੇਲ ਹੋ ਗਏ, ਤਾਂ ਇਹਦੇ ਨਾਲ ਗਾਇਕੀ ਵੀ ਬੜੀ ਪ੍ਰਭਾਵਿਤ ਹੋਈ ਹੈ। ਤੇ ਤੁਸੀਂ ਇਹ ਸਾਰੇ ਮਾਹੌਲ ਨੂੰ ਕਿਵੇਂ ਆਪਦੇ ਦੇਖਦੇ ਹੋ? ਇਹਦੇ ਬਾਰੇ ਕੁਝ ਸਾਨੂੰ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ। ਦੇਖੋ, ਸਰਕਾਰਾਂ ਦਾ ਜਿਹੜਾ ਕੰਮ ਆ ਉਹ ਆਪਦੇ ਕੰਮ ਕਰ ਰਹੀ ਹੈ ਜੀ। ਕਰੋਨਾ ਮਹਾਮਾਰੀ ਹੈਗੀ ਹੈ, ਇਹ ਰੱਬ ਜਾਣਦਾ ਕਿ ਪੰਜਾਬ 'ਚ ਹੈਗੀ ਕਿ ਨਹੀਂ ਹੈਗੀ ਤੇ ਬਟ ਜੇ ਹੈਗੀ ਹੈ ਤਾਂ ਸਰਕਾਰਾਂ ਤਾਂ ਹੀ ਕੰਮ ਕਰਦੀ, ਕਿਉਂਕਿ ਸਰਕਾਰਾਂ ਨੂੰ ਕੀ ਫਾਇਦਾ ਹੋਣਾ, ਕਿਉਂਕਿ ਉਹਨਾਂ ਸਾਰੇ ਟੈਕਸ ਬੰਦ ਹੋ ਗਏ, ਸਾਰੇ ਕੰਮ ਬੰਦ ਹੋ ਗਏ, ਸਰਕਾਰਾਂ ਨਜਾਇਜ਼ ਤਾਂ ਹੀ ਕਰਦੀਆਂ ਜੀ। ਤੇ ਬਟ ਇਹਦੇ 'ਚ ਸਾਨੂੰ ਸਾਰਿਆਂ ਨੂੰ ਅਵੇਅਰ ਚਾਹੀਦਾ ਹੈ। ਤੇ ਮੈਂ ਇੱਕ ਪਿੱਛੇ ਜਿਹੀ ਵੀਡੀਓ ਵੀ ਆਪਣੀ ਬਣਾਈ ਸੀ, ਕਿਉਂਕਿ ਮੈਨੂੰ ਜਿਵੇਂ ਫੀਲ ਕੀਤਾ ਜਦੋਂ ਪੁਲਿਸ ਵਾਲੇ ਲੋਕ ਸੜਕਾਂ ਤੇ ਸੀਗੇ ਤੇ ਲੋਕਾਂ ਨੂੰ ਕੁੱਟਣ ਮਾਰਨ ਵਾਲਾ ਕੰਮ ਚੱਲਿਆ, ਜਾਂ ਮੰਨ ਕੇ ਮੂੰਹ ਬੰਨੇ ਹੁੰਦੇ ਸੀ, ਤੇ ਮੈਂ ਨਾ ਉਹ ਦੱਸਿਆ ਸਾਰਿਆਂ ਨੂੰ। ਉਹ ਜਿਵੇਂ ਸਾਰੇ ਨੇ ਇਦਾਂ ਬੰਦੇ ਆ, ਠੀਕ ਹੈ, ਕੋਈ ਆਪਣੇ ਪਿੱਛੋਂ ਦੀ ਬੰਨ ਲਿਆ, ਕੋਈ ਇਦਾਂ ਕਰ ਲਿਆ। ਮੈਂ ਉਹ ਵੀਡੀਓ ਪਾਈ ਸੀ ਫੇਸਬੁੱਕ ਤੇ ਫਿਰ YouTube ਤੇ ਮੈਂ ਲਾਂਚ ਕੀਤੀ ਆਪਣੇ। ਠੀਕ ਹੈ ਜੀ। ਤੇ ਉਹਦੇ 'ਚ ਮੈਂ ਦੱਸਿਆ ਕਿ ਭਾਈ ਵੀ ਜਿਹੜਾ ਆਹ ਨਾ ਕਰੋਨਾ ਵਾਸਤੇ ਆ ਬਚਣ ਵਾਲਾ ਫਾਰਮੂਲਾ ਹੈ, ਠੀਕ ਹੈ, ਇਹ ਗਲਤ ਹੈ। ਕੱਪੜੇ ਨਾਲ ਜਾਂ ਰੁਮਾਲ ਨਾਲ ਬੰਨਣਾ ਇਹ ਬਚ ਨਹੀਂ ਸਕਦੇ, ਸਮਾਂ ਦੀ ਜ਼ਿਆਦਾ ਲਪੇਟ ਚ ਆਉਂਦੇ। ਠੀਕ ਹੈ। ਲੋਕ ਕਹਿੰਦੇ ਹੈਰਾਨ ਹੋਏ ਵੀ ਇਹ ਇਦਾਂ ਕਿਵੇਂ, ਇਹ ਤਾਂ ਬੰਨਣਾ ਤੁਹਾਨੂੰ ਬਚਦਾ ਬੰਦਾ। ਮੈਂ ਕਿਹਾ ਜੀ ਜਦੋਂ ਪਰ ਰੁਮਾਲ ਆਉਂਦਾ ਏਦਾਂ ਬੰਨ ਲਿਆ ਨਾ, ਉਸ ਤੋਂ ਬਾਅਦ ਲਾ ਲਿਆ, ਕਿਤੇ ਖੜ ਗਏ, ਬਦਲ ਗਿਆ, ਉਹ ਬਦਲ ਲਿਆ, ਬਦਲ ਕੇ ਉਲਟਾ ਕਰ ਲਿਆ। ਜਿਹੜਾ ਕਰੋਨਾ ਜੇ ਬਾਈ ਚਾਂਸ ਕਿਤੇ ਲੱਗ ਵੀ ਗਿਆ ਤਾਂ ਆਪਣੇ ਮੂੰਹ 'ਚ ਸਿੱਧੇ ਚਲਾ ਗਿਆ। ਇਹ ਆਪਾਂ ਜਾਣਬੁੱਝ ਕੇ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ। ਇਸ ਨਾਲ ਪਹਿਲਾਂ ਸਭ ਤੋਂ ਪਹਿਲਾਂ ਮਾਸਕ ਦੀ ਜ਼ਰੂਰਤ ਹੈ, ਰੁਮਾਲ ਦੀ ਜਾਂ ਇਦਾਂ ਦੀਆਂ। ਜੇ ਤੁਸੀਂ ਰੁਮਾਲ ਵਰਤਦੇ ਹੋ ਤਾਂ ਨੰਬਰ ਲਿਖੋ ਵੀ ਆਹ 1 ਨੰਬਰ ਹੈ ਮੇਰੇ ਅੰਦਰ ਰੱਖਣਾ, ਠੀਕ ਹੈ, 2 ਨੰਬਰ ਹੈ ਬਾਹਰ ਰੱਖਣਾ, ਤਾਂ ਕਰਕੇ ਆਪਾਂ ਬਚ ਸਕਦੇ ਹਾਂ। ਤੇ ਕਰੋਨਾ ਤੋਂ ਪਹਿਲਾਂ ਤਾਂ ਬਚਾਅ ਬਹੁਤ ਜ਼ਰੂਰੀ ਹੈ। ਠੀਕ ਹੈ। ਤੇ ਬੇਨਤੀ ਸਾਰਿਆਂ ਨੂੰ ਇਹ ਵੀ ਹੈਗੀ ਤਾਂ ਸਾਰੇ ਜਣੇ ਰਲ ਮਿਲ ਕੇ, ਤੇ ਸਰਕਾਰਾਂ ਨੂੰ ਬੇਨਤੀ ਕਿ ਜਿਨ੍ਹਾਂ ਦਾ ਘਰ ਰੋਜ਼ਗਾਰ ਖਤਮ ਹੋਇਆ ਜੀ, ਖਾਸ ਕਰਕੇ ਕਲਾਕਾਰਾਂ ਵਾਸਤੇ ਮੈਂ ਕਹੂੰਗਾ ਕਿ ਉਹਨਾਂ ਦਾ ਰੋਜ਼ਗਾਰ ਖਤਮ ਹੋ ਗਿਆ, ਸਜੰਦਿਆਂ ਦਾ ਰੋਜ਼ਗਾਰ ਖਤਮ ਹੈ, ਉਹਨਾਂ ਨੂੰ ਸਰਕਾਰਾਂ ਮਦਦ ਕਰਨ ਵੱਧ ਤੋਂ ਵੱਧ। ਇਹਨਾਂ ਕੋਲੇ ਜੇ ਜਿਹੜਾ ਸਰਕਾਰਾਂ ਕੋਲੇ ਉਹ ਆਇਆ ਨਾ ਦਾਨ ਜੀ ਉਹਨਾਂ ਹੀ ਵੰਡ ਦੇਣ, ਮੇਰੇ ਖਿਆਲ ਸਭ ਦਾ ਭਲਾ ਹੋ ਜਾਊ। ਠੀਕ ਹੈ। ਆਪਦੇ ਕੋਲ ਭਾਵੇਂ ਨਾ ਲਾਉਣ, ਠੀਕ ਹੈ, ਤੇ ਪਰ ਜੇ ਦਾਨ ਹੁਣ ਇਹ ਨਹੀਂ ਪਤਾ ਵੀ ਕੀ ਕਰੂਗਾ, ਮਾਲਕ ਨੂੰ ਪਤਾ ਹੈ। ਠੀਕ ਹੈ। ਬਾਕੀ ਸਤਿਗੁਰੂ ਸਾਰਿਆਂ ਨੂੰ ਉਹ ਦੇਵੇ, ਅਕਲ ਦੇਵੇ, ਤੇ ਲੋਕਾਂ ਨੂੰ ਉਹ ਵੀ ਦੇਵੇ, ਜਿਹਨੂੰ ਕਹਿੰਦੇ ਦਇਆ ਵੀ ਦੇਵੇ। ਸਰਕਾਰਾਂ ਨੂੰ ਵੀ ਤਰਸ ਕਰੋ, ਨਾਲ ਤਾਂ ਕਿਸੇ ਕੋਈ ਲੈ ਕੇ ਨਹੀਂ ਗਿਆ, ਬਿਲਕੁਲ, ਤੇ ਨਾਲ ਲੈ ਕੇ ਜਾਣਾ। ਇਸ ਲਈ ਬੰਦੇ ਦਾ ਕੰਮ ਕਰਨਾ ਚਾਹੀਦਾ। ਜਮਲਾ ਸਾਹਿਬ ਨੇ ਪਹਿਲਾਂ ਲਿਖਿਆ ਸੀ, ਕਹਿੰਦੇ ਕਿ ਅਸਲੀਅਤ ਨੂੰ ਜੋ ਭੁੱਲ ਗਿਆ ਉਹ ਨਕਲ ਨੂੰ ਅਪਣਾ ਰਿਹਾ। ਆਪਣੀ ਨਜ਼ਰ ਮੈਂ ਵੇਖਿਆ ਅੱਜ ਬੰਦੇ ਨੂੰ ਬੰਦਾ ਖਾ ਰਿਹਾ, ਬੰਦੇ ਨੂੰ ਬੰਦਾ ਖਾ ਰਿਹਾ। ਤੇ ਬੰਦਾ ਸਭ ਤੋਂ ਵੱਡੀ ਚੀਜ਼ ਹੈ, ਬੰਦਾ ਰੱਬ ਹੈ। ਠੀਕ ਹੈ। ਰੱਬ ਆਪਾਂ ਵੇਖਿਆ ਨਹੀਂ, ਬੰਦਾ ਹੀ ਬੰਦੇ ਦਾ ਦਰ ਹੁੰਦਾ, ਇਸ ਕਰਕੇ ਬੰਦਿਆਂ ਦਾ ਕੇਅਰ ਕਰਨੀ ਸਾਡੇ ਸਾਰਿਆਂ ਦਾ ਫਰਜ਼ ਹੈ। ਠੀਕ ਹੈ। ਤੇ ਲਾਸਟ ਦੇ ਵਿੱਚ ਕੋਈ ਇਹੋ ਜਿਹੀ ਯਾਦ ਸਾਡੇ ਨਾਲ ਸਾਂਝੀ ਕਰੋ ਕਿ ਜਿਹੜੀ ਮਤਲਬ ਦਰਸ਼ਕਾਂ ਵੀ ਯਾਦ ਰੱਖਣ ਇਸ ਇੰਟਰਵਿਊ ਨੂੰ ਵੀ, ਯਮਲਾ ਜੀ ਨਾਲ ਇਹ ਕੋਈ ਉਹਨਾਂ ਦੀ ਘਟਨਾ ਜਿਹੜੀ ਤੁਹਾਡੇ ਨਾਲ ਵਾਪਰੀ, ਕੋਈ ਸਟੇਜ ਤੇ ਜਾਂ ਬੈਕ ਸਟੇਜ, ਕੁਝ ਵੀ ਇਦਾਂ। ਸਟੇਜ ਦੀ ਇੱਕ ਮੈਨੂੰ ਗੱਲ ਯਾਦ ਆਈ, ਮੈਂ ਨਾ ਇੱਧਰ ਜਲਾਲਾਬਾਦ ਏਰੀਏ 'ਚ ਮੇਰਾ ਮੇਲੇ ਦੇ ਸ਼ੋਅ ਸੀਗਾ। ਠੀਕ ਹੈ। 2-3 ਸਿੰਗਰ ਉਹਨਾਂ ਨੇ ਬੁਲਾਏ ਸੀ, ਇੱਕ ਮੇਰਾ ਸੀ, ਇੱਕ ਸਾਡੇ ਸ਼੍ਰੋਮਣੀ ਗਾਇਕ ਨੇ ਸੁਰਿੰਦਰ ਸਿੰਧਾ ਜੀ, ਇੱਕ ਹੋਰ ਬੋਈਆ ਸੀ ਉਹਨਾਂ ਦਾ ਲੋਕਲ ਪਿੰਡ ਦਾ। ਠੀਕ ਹੈ। ਤੇ ਉਹ 3-4 ਜਣੇ ਅਸੀਂ ਸਟੇਜ ਤੇ ਸੀ। ਤੇ ਪਹਿਲਾਂ ਜਦੋਂ ਉਹਨਾਂ ਨੇ ਗਾਇਆ, ਲੋਕ ਪੈਸਾ ਛੱਡਦੇ ਆ, ਜਿਵੇਂ ਇਨਾਮ ਦਿੰਦੇ ਆ, ਕੋਈ ਇਦਾਂ ਕਰਕੇ ਛੱਡ ਜਾਂਦਾ, ਕੋਈ ਉਦਾਂ ਕਰਕੇ ਛੱਡ ਜਾਵੇ। ਤੇ ਉਦੋਂ ਪਹਿਲਾਂ ਜਿਹੜੇ ਹੋਰ ਕਲਾਕਾਰ ਲੱਗੇ ਉਹਨਾਂ ਨੂੰ ਇਦਾਂ ਕਰੀ ਗਏ। ਉਸ ਤੋਂ ਬਾਅਦ ਮੇਰਾ ਜਦੋਂ ਵਾਰੀ ਆਈ ਤੇ ਲੋਕਾਂ ਨੇ ਜਦੋਂ ਸਨਮਾਨ ਦੇਣਾ ਤੇ ਲਾਈਨ ਬਣਾ ਲਈ। ਠੀਕ ਹੈ। ਲਾਈਨ ਬਣਾ ਲਈ। ਮੈਂ ਕਿਹਾ ਯਾਰ ਇਹ ਕੀ ਚੱਕਰ ਬਣਿਆ ਵੀ ਮੇਰੇ ਵਾਰੀ ਇਹਨਾਂ ਨੇ ਲਾਈਨ ਕਦੋਂ ਬਣਾ ਲਈ। ਠੀਕ ਹੈ। ਤੇ ਜਦੋਂ ਪੈਸੇ ਦੇਣ ਤੇ ਦੋਵਾਂ ਹੱਥਾਂ ਨਾਲ ਇਦਾਂ ਕਰਕੇ ਸਤਿਕਾਰ ਨਾਲ ਸਨਮਾਨ, ਮੈਂ ਸੋਚਿਆ ਵੀ ਇਹਨਾਂ ਨੂੰ ਕੋਈ ਉੱਪਰ ਡਿਫਰੈਂਟ ਦਿੰਦਾ, ਦੂਸਰੇ ਲੋਕਾਂ ਨਾਲੋਂ ਦਿੰਦਾ। ਚਲੋ ਉਹਨਾਂ ਨੇ ਉਦਾਂ ਕੀਤਾ, ਕੋਈ ਹਾਰ ਲਿਆ, ਬੀਬੀਆਂ ਭੈਣਾਂ ਨੇ ਘਰੋਂ ਪੈਸੇ ਵਾਲੇ ਹਾਰ ਚੱਕ ਕੇ ਲਿਆਂਦੇ, ਕਿਸੇ ਨੇ ਮੁੰਦਰੀਆਂ ਚੜਾਤੀਆਂ ਤੇ ਸੋਨੇ ਦੀਆਂ ਮੁੰਦਰੀਆਂ ਮੈਂ ਵਾਪਸ ਕਰਕੇ ਆਇਆ। ਠੀਕ ਹੈ। ਮੈਂ ਕਿਹਾ ਤੁਸੀਂ ਆਪਣੇ ਵਹਿਣਪੁਰੇ 'ਚ ਜਾਂ ਸਰਕਾਰ ਦੇ ਮੁੰਡੇ 'ਚ ਦੇ ਕੇ ਮੈਂ ਉਹਨੂੰ ਮੁੰਦਰੀਆਂ ਵਾਪਸ ਕੀਤੀਆਂ। ਉਹ ਦਿਨ ਮੇਰੇ ਲਈ ਬਹੁਤ ਵੱਡਾ, ਕਿਉਂਕਿ ਲੋਕਾਂ ਦੇ ਵਿੱਚ ਐਡਾ ਵੱਡਾ ਸਤਿਕਾਰ ਹੈ। ਹਾਰ ਪਾਉਂਦੇ ਲੋਕੀ ਘਰੋਂ ਚੱਕ ਕੇ, ਚਾਂਦੀ ਦੇ ਮੁੰਦਰੀਆਂ, ਸੋਨੇ ਦੀਆਂ ਮੁੰਦਰੀਆਂ ਪਾਉਣਾ, ਔਰ ਲਾਈਨ ਬੰਨ ਕੇ ਇਨਾਮ ਦੇਣਾ। ਉਸ ਤੋਂ ਬਾਅਦ ਫਿਰ ਮੈਂ ਬੈਠਾ, ਮੈਂ ਕਿਹਾ ਮੈਂ ਵੇਖਦਾ ਕੀ ਸਿਸਟਮ ਹੈ। ਹੋਰ ਕਲਾਕਾਰ ਲੱਗੇ, ਜਦੋਂ ਹੋਰ ਲੱਗਿਆ ਫਿਰ ਉਹਦੇ ਤੇ ਉਵੇਂ ਚੱਲ ਰਿਹਾ। ਠੀਕ ਹੈ। ਉਦੋਂ ਬਾਅਦ ਫਿਰ ਘੰਟਾ ਬਾਅਦ ਮੇਰੀ ਵਾਰੀ ਫੇਰ ਆ ਗਈ। ਠੀਕ ਹੈ। ਤੇ ਫਿਰ ਲੋਕਾਂ ਨੇ ਉਹੀ ਸਨਮਾਨ ਕੀਤਾ। ਠੀਕ ਹੈ। ਫਿਰ ਮੈਂ ਸੋਚਿਆ ਕਿ ਇਹ ਬਾਈ ਹੋਰ ਗੱਲਬਾਤ ਹੈ। ਮੈਨੂੰ ਲੱਗਾ ਕਿ ਤੁਹਾਨੂੰ ਬਾਬਾ ਨੇ ਸਮਝ ਲਿਆ ਕਿਤੇ। ਬਾਬਾ ਹੀ ਸਮਝਦੇ ਆ। ਅੱਛਾ। ਬਾਬਾ ਨਹੀਂ ਸਮਝਦੇ, ਇਹ ਉਸਤਾਦਾਂ ਦੀ ਜਿਹੜੀ ਨਾ ਜਿਵੇਂ ਕਹਿੰਦੇ ਹੁੰਦੇ ਆ
ਰਹਿਮਤ ਹੀ ਲਾ ਲਓ। ਲੋਕਾਂ ਨੂੰ ਯਮਲਾ ਜਿਹੜਾ ਦਿੰਦਾ ਉਹਦੇ ਚੋਂ, ਹਾਂ ਤੇ ਉਹ ਸਤਿਕਾਰ ਕਰਦੇ ਆ ਯਮਲਾ ਜੀ ਕਰਕੇ ਕਹਿ ਲਓ। ਉਹਨਾਂ ਦੀ ਜਿਹੜੀ ਆਪਣੇ ਗਾਣੇ ਕੋ ਗਾਈਦੇ ਆ, ਬਿਲਕੁਲ। ਤੇ ਉਹ ਤੇਰੇ ਨੀ ਘਰਾਂ ਪੱਟਿਆ ਮੈਂ ਦਿਲ ਤੋਂ ਮੇਰਾ, ਲੱਖਾਂ ਗਾਣੇ ਜਿਹੜੇ ਹੈਗੇ ਆ ਉਹ ਮੈਥੋਂ ਵਾਰੀ 5 ਵਾਰ 4 ਵਾਰੀ ਲੋਕ ਸੁਣਦੇ ਆ, ਲੋਕ ਅੱਖਾਂ ਮਸਤ ਹੋ ਜਾਂਦੇ ਆ ਤੇ ਪਿਆਰ ਦਿੰਦੇ ਆ। ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਘਰੇ ਜਾ ਕੇ ਚਾਹ ਪਾਣੀ ਪੀ ਕੇ ਘਰੇ ਆਈਦਾ, ਨਾ ਮੈਂ ਬਾਡੀਗਾਰਡ ਕਦੇ ਲੈ ਕੇ ਜਾਂਦਾ। ਮੈਂ ਸਟੇਟ ਕਨਵੀਨਰ ਰਿਹਾ ਆਰਟ ਐਂਡ ਕਲਚਰ ਸੈੱਲ 'ਚ, ਠੀਕ ਹੈ। 3-4 ਸਾਲ ਰਿਹਾ, ਸਰਕਾਰਾਂ 'ਚ ਮਦਦ ਕੀਤੀ, ਕੰਮ ਕੀਤਾ। ਉਦੋਂ ਵੀ ਨਹੀਂ ਕੰਮ, ਨਾ ਬਾਡੀਗਾਰਡ ਲਏ, ਨਾ ਮੈਂ ਲਾਲ ਬੱਤੀ ਲਾਈ ਗੱਡੀਆਂ ਤੇ, ਨਾ ਮੈਂ ਕੋਈ ਰੌਲਾ ਰੱਪਾ ਪਾਇਆ, ਨਾ ਮੈਂ ਨੰਬਰ ਪਲੇਟ ਲਾਉਣਾ। ਠੀਕ ਹੈ। ਮੈਂ ਲੋਕਾਂ ਦਾ, ਬਸ ਲੋਕ ਮੇਰੇ ਆ, ਬਸ ਇਹੀ ਮੇਰਾ ਮਕਸਦ। ਨਾਨਕ ਨੀਵਾਂ ਜੋ ਚਲੇ। ਹਾਂ, ਨੀਵੇਂ ਨੂੰ ਫਲ ਲੱਗਦੇ, ਠੀਕ ਹੈ, ਤੇ ਲੱਗੇ ਵੀ ਆ। ਠੀਕ ਹੈ। ਅੱਜ ਸਾਰਾ ਦੁਨੀਆ ਵਿੱਚ ਆਪਣਾ ਗਾਣਾ ਹਿੱਟ ਹੈ, ਹਾਂ ਪਹਿਲਾਂ ਵਾਲੇ ਗਾਣੇ ਵੀ ਹਿੱਟ ਹੈ। ਗਾਣੇ ਉਹ ਅਵਾਰਡ ਆਪਣੇ ਹਿੱਸੇ ਆ ਗਏ ਜਿਹੜੇ ਹੋਰ ਕਿਸੇ ਦੇ ਹਿੱਸੇ ਨਹੀਂ ਆਏ। ਠੀਕ ਹੈ। ਉਹ ਉਹਨਾਂ ਸਨਮਾਨ ਆਪਣੇ ਹਿੱਸੇ 'ਚ ਆਇਆ ਜਿਹੜੇ ਕਿਸੇ ਦੇ ਹੋਰ ਕਿਸੇ ਦੇ ਨਹੀਂ ਆਉਂਦਾ। ਠੀਕ ਹੈ। ਤੇ ਫਿਰ ਮੈਂ ਕਿਵੇਂ ਕਹਦੇ ਵੀ ਸੱਭਿਆਚਾਰ ਨਾਲ ਜੁੜ ਕੇ ਮੈਨੂੰ ਘਾਟਾ ਪੈ ਗਿਆ ਹਾਂ। ਨਾ, ਸੱਭਿਆਚਾਰ ਨਾਲ ਜੁੜ ਕੇ ਮੈਨੂੰ ਬਹੁਤ ਫਾਇਦਾ ਹੋਇਆ, ਬਹੁਤ ਮੈਨੂੰ ਸਨਮਾਨ ਮਿਲਿਆ। ਬਸ ਠੀਕ ਹੈ। ਲੋਕਾਂ ਦੇ ਲਈ, ਲੋਕਾਂ ਦਾ ਗਾਇਕ ਬੋਲਣਾ। ਹਾਂ, ਤੇ ਆਖੀਰ ਦੇ ਵਿੱਚ ਕੋਈ ਮੈਸੇਜ ਜਿਹੜੇ ਸਾਡੇ ਵਿਊਅਰਸ ਨੇ, ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੋਈ? ਬਸ ਬੇਨਤੀ ਇਹੀ ਹੈ, ਜਿਵੇਂ ਵੀ ਤੁਸੀਂ ਚੰਗੀ ਗਾਇਕ ਨੂੰ ਪ੍ਰਮੋਟ ਕਰੋ, ਚੰਗੇ ਗਾਇਕਾਂ ਨੂੰ, ਚੰਗੇ ਲੇਖਕਾਂ ਨੂੰ, ਕੋਈ ਵੀ ਚੰਗਾ ਕੰਮ ਕਰਦਾ, ਕਿਸੇ ਫੀਲਡ 'ਚ ਕੰਮ ਕਰਦਾ, ਠੀਕ ਹੈ, ਚੰਗੇ ਬੰਦਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਬੰਦੇ ਨੂੰ ਬੰਦੇ ਸਮਝਣਾ ਚਾਹੀਦਾ, ਬੰਦੇ ਦਾ ਦਾਰੂ ਬੰਦਾ ਹੀ ਹੈ। ਤੇ ਤੁਸੀਂ ਸਾਰੇ ਨੇ ਇਹ ਸਪੋਰਟ ਕਰੋ, ਔਰ ਉਸ ਤੋਂ ਇਲਾਵਾ ਜਿਹੜਾ ਵੀ ਮਾੜਾ ਕੰਮ ਕਰਦਾ ਉਹਨੂੰ ਕਿਰਪਾ ਕਰੋ ਤੇ ਬੇਨਤੀ ਕਰੋ, ਉਹਨੂੰ ਬੰਦ ਕਰਵਾਓ ਕੰਮ, ਤੇ ਦੂਜੇ ਨੂੰ ਚੰਗੇ ਨੂੰ ਪ੍ਰਮੋਟ। ਸਮਾਪਤੀ ਵੀ ਇੱਕ ਗੀਤ ਨਾਲ ਹੀ ਆਪਾਂ ਕਰਦੇ, ਕਿਹੜਾ ਗੀਤ ਸੁਣਾਵਾਂ? ਜਿਹੜਾ ਤੁਹਾਡੇ ਦਿਲ ਦੇ ਕਰੀਬ ਆ। ਮੈਂ ਤੁਹਾਨੂੰ ਸੁਣਾਉਣਾ ਇੱਕ ਗਾਣਾ ਸਾਡਾ ਮਾਪੇ ਸੁਣਾਓ। ਵੀਡੀਓ ਬੜਾ ਬਾਕਮਾਲ ਬਣਾਇਆ ਬਲੌਗ ਭਾਈ। ਅੱਛਾ ਅੱਛਾ, ਉਹ ਸੁਣਾਉਣਾ। ਵਹਿਮਾਂ ਦੇ ਵਿੱਚ ਫਸੇ ਲੋਕਾਂ ਦਾ ਕੋਈ ਠਿਕਾਣਾ ਨਹੀਂ, ਬਈ ਜੋ ਸਵਿਆਂ ਨੂੰ ਤੁਰ ਗਿਆ ਉਹਨੇ ਵਾਪਸ ਆਣਾ ਨਹੀਂ। ਸਤਿਗੁਰ ਦੇ ਬਾਣੇ ਵਿੱਚ ਰਹੀਏ, ਸਤਿਗੁਰ ਦੇ ਬਾਣੇ ਵਿੱਚ ਰਹੀਏ, ਕਦੇ ਨਹੀਂ ਡੋਲੀਦਾ। ਇੱਕ ਮਾਂ ਬਾਪ ਤੇ ਗੁਰੂ ਦੇ ਅੱਗੇ ਕਦੇ ਨਹੀਂ ਬੋਲੀਦਾ। ਉਹ ਮਾਂ ਬਾਪ ਤੇ ਗੁਰੂ ਦੇ ਮੂਹਰੇ ਕਦੇ ਨਹੀਂ ਬੋਲੀਦਾ। ਯਮਲਿਆ ਕਦੇ ਨਹੀਂ ਬੋਲੀਦਾ, ਯਮਲਿਆ ਚੜਨੀ ਸੀਸ ਨਵਾਈਏ। ਸੋ ਧੰਨਵਾਦ ਦੋਸਤੋ, ਅੱਜ ਤੁਸੀਂ ਸਾਨੂੰ ਜਿੰਨੀ ਵੀ ਇੰਟਰਵਿਊ ਦੇਖੀ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇਗੀ। ਤੇ ਇਸ ਇੰਟਰਵਿਊ ਤੋਂ ਬਾਅਦ ਤੁਸੀਂ ਆਪਣਾ ਫੀਡਬੈਕ ਦੇਣਾ ਨਾ ਭੁੱਲਿਓ, ਤੇ ਸਾਨੂੰ ਕਮੈਂਟ, ਲਾਈਕ, ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਦੇਖ ਰਹੇ ਆ ਰੰਗ ਪੰਜਾਬੀ ਪ੍ਰੋਗਰਾਮ ਔਰ JBM ਮੋਸ਼ਨ ਪਿਕਚਰ ਜਿਹੜਾ, ਉਹਨਾਂ ਦਾ ਬਹੁਤ ਧੰਨਵਾਦ। ਬਲੌਰ ਭਾਈ ਦਾ, ਦੀਪ ਸੰਦੀਪ ਤੁਹਾਡਾ, ਤੁਸੀਂ ਛੋਟੇ ਭਰਾ, ਮਾਂ ਤੁਹਾਨੂੰ ਤਰੱਕੀਆਂ ਦੇਵੇ ਹੋਰ ਵੱਧ ਤੋਂ ਵੱਧ। ਔਰ ਇਸ ਤੋਂ ਇਲਾਵਾ ਜਸਵਿੰਦਰ ਜੱਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਦੋਸਤ ਦੇਖ ਰਹੇ ਸਾਰਿਆਂ ਨੂੰ ਸਲਾਮ, ਸਤਿ ਸ਼੍ਰੀ ਅਕਾਲ।